ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਹਮੇਸ਼ਾ ਅਸੀਂ ਦੇਖਦੇ ਹਾਂ ਕਿ ਸਿਆਸਤ ਦੇ ਵਿੱਚ ਨਾ ਬਹੁਤ ਖਿੱਚੋਤਾਣ ਹੁੰਦੀ ਹੈ। ਉਹ ਉਹਦੀ ਲੱਤ ਖਿੱਚਦਾ, ਉਹ ਉਹਦੀ ਲੱਤ ਖਿੱਚਦਾ। ਇਹ ਤਮਾਸ਼ਾ, ਇਹ ਡਰਾਮਾ ਚੱਲਦਾ ਰਹਿੰਦਾ ਹੈ ਤੇ ਪਬਲਿਕ ਇਸ ਦਾ ਨਜ਼ਾਰਾ ਵੀ ਲੈਂਦੀ ਹੈ ਤੇ ਕਿਤੇ ਨਾ ਕਿਤੇ ਦਿਲ ਵੀ ਦੁਖਦਾ ਹੈ ਕਿ ਇਹ ਕੀ ਚੱਲਦਾ ਪਿਆ। ਖੈਰ, ਆਪਾਂ ਗੱਲ ਕਰਦੇ ਹਾਂ ਆਪਣੇ ਦੇਸ਼ ਦੇ ਸੰਵਿਧਾਨ ਦੇ ਮੁਤਾबिक ਬਣੇ ਸੰਘੀ ਢਾਂਚੇ ਦੀ, ਫੈਡਰਲ ਸਟਰਕਚਰ ਦੀ, ਜਿਹਦੇ ਵਿੱਚ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਮਿਲ ਕੇ ਚੱਲਦੀਆਂ ਨੇ, ਮਿਲ ਕੇ ਦੇਸ਼ ਨੂੰ ਚਲਾਉਂਦੀਆਂ ਨੇ। ਸੋ ਇਸ ਵਕਤ ਕੇਂਦਰ ਵਿੱਚ ਹੈ BJP ਸਰਕਾਰ ਤੇ ਸਾਡੇ ਪੰਜਾਬ ਦੇ ਵਿੱਚ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਇਹ ਦੋਵਾਂ ਦਾ ਆਪਸ ਦਾ ਤਾਲਮੇਲ ਕਿਹੋ ਜਿਹਾ, ਇਹਦੇ ਬਾਰੇ ਗੱਲਬਾਤ ਕਰਨੀ ਹੈ, ਕਿਉਂਕਿ ਹਮੇਸ਼ਾ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ, ਡਬਲ ਇੰਜਨ। ਹੁਣ ਇਹ ਡਬਲ ਇੰਜਨ ਕੀ ਹੁੰਦਾ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਪੰਜਾਬ ਦੇ ਵਿੱਚ ਡਬਲ ਇੰਜਨ ਨਹੀਂ ਹੈ। ਡਬਲ ਇੰਜਨ ਮਤਲਬ ਉਹ ਡੈਫੀਨੇਸ਼ਨ 'ਚ ਦੱਸਾਂਗੇ ਕਿ ਕਿਉਂ ਨਹੀਂ ਹੈ ਪੰਜਾਬ ਦੇ ਵਿੱਚ ਡਬਲ ਇੰਜਨ, ਉਹ ਵੀ ਗੱਲ ਕਰਾਂਗੇ। ਤੇ ਉਹਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ, ਘਾਟਾ ਕੀ ਪੈ ਰਿਹਾ ਤੇ ਲਾਭ ਕੀ ਹੋ ਰਿਹਾ ਹੈ, ਤੇ ਪੰਜਾਬ ਕਿੱਥੇ ਖੜਾ ਹੈ, ਤੇ ਸਟੇਟ ਦੇ ਸੈਂਟਰ ਦੇ ਨਾਲ ਯਾਨੀ ਪੰਜਾਬ ਦੇ ਸੂਬੇ ਦੇ ਕੇਂਦਰ ਸਰਕਾਰ ਨਾਲ ਕਿਹੋ ਜਿਹੇ ਸੰਬੰਧ ਨੇ ਤੇ ਕੀ ਆਪਸ ਦੇ ਵਿੱਚ ਗੁਫ਼ਤਗੂ ਹੁੰਦੀ ਰਹਿੰਦੀ ਹੈ। ਤੇ ਗੁਫ਼ਤਗੂ ਕਰਨ ਵਾਸਤੇ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸੇਖੋਂ ਸਾਹਿਬ, ਜੋ ਕਿ ਪੋਲੀਟੀਕਲ ਐਨਲਿਸਟ ਨੇ, ਜਗਰੂਪ ਸੇਖੋਂ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਚਰਚਾ ਦੇ ਵਿੱਚ ਸੇਖੋਂ ਸਾਹਿਬ। ਸ਼ੁਕਰੀਆ ਜੀ। ਸੇਖੋਂ ਸਾਹਿਬ, ਸਭ ਤੋਂ ਪਹਿਲਾ ਸਵਾਲ, ਇਹ ਡਬਲ ਇੰਜਨ ਕੀ ਹੁੰਦਾ? ਕਿਉਂਕਿ ਇੱਕ ਨਵੀਂ ਟਰਮ ਹੈ, ਇੱਕ ਨਵਾਂ ਸ਼ਬਦ ਹੈ। ਖੈਰ, ਇਸਤੇਮਾਲ ਤੇ ਕਾਫੀ ਦੇਰ ਤੋਂ ਹੋ ਰਿਹਾ ਹੈ। ਦਰਸ਼ਕ ਥੋੜੀ ਗਹਿਰਾਈ ਨਾਲ ਜਾਣਨਾ ਚਾਹੁੰਦੇ ਨੇ ਇਹ ਕੀ ਹੁੰਦਾ ਡਬਲ ਇੰਜਨ। ਅਸਲ ਦੇ ਵਿੱਚ ਟਰਮ ਜਿਹੜੀ ਹੈਗੀ ਆ, ਇਹ ਪਿਛਲੇ ਦਿਨਾਂ ਦੇ ਵਿੱਚ BJP ਨੇ ਹੀ ਕੋਇਨ ਕੀਤੀ ਆ। ਡਬਲ ਇੰਜਨ ਤੋਂ ਉਹ ਇਸ ਤਰੀਕੇ ਦਾ ਲੋਕਾਂ ਨੂੰ ਇੰਪ੍ਰੈਸ਼ਨ ਦੇ ਰਿਹਾ, ਖਾਸ ਕਰਕੇ ਰਾਜਾਂ ਦੇ ਵਿੱਚ, ਕਿਉਂਕਿ ਕੇਂਦਰ ਦੇ ਵਿੱਚ ਪਿਛਲੇ 9 ਸਾਲ ਤੋਂ BJP ਦੀ ਸਰਕਾਰ ਹੈ ਤੇ ਉਹ ਇੱਕ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਈ ਜੇ ਤੁਸੀਂ ਰਾਜਾਂ ਦੇ ਵਿੱਚ BJP ਦੀ ਸਰਕਾਰ ਚੁਣੋਗੇ ਤੇ ਫਿਰ ਇਹਦਾ ਮਤਲਬ ਹੈ ਇੱਕ ਤਾਂ ਇੰਜਨ ਉੱਥੇ ਚੱਲਦਾ ਵਾ ਤੇ ਇੱਕ ਜਿਹੜਾ ਇੰਜਨ ਪੰਜਾਬ ਦੇ ਵਿੱਚ ਜਾਂ ਸਟੇਟ ਦੇ ਵਿੱਚ ਵੀ BJP ਦਾ ਇੰਜਨ ਚੱਲੂਗਾ ਤੇ ਦੋਨੋਂ ਇੰਜਨ ਰਲ ਕੇ ਜਿਹੜੀ ਹੈਗੀ ਆ ਉਹਨਾਂ ਦੇ ਕਥਨ ਮੁਤਾਬਕ ਜਿਹੜਾ ਹੈਗਾ ਵਾ ਉਹ ਬਹੁਤ ਤਰੱਕੀ ਹੋਊਗੀ। ਰਾਜਾਂ ਤੇ ਕੇਂਦਰ ਦੇ ਵਿੱਚ ਕੋਈ ਉਸ ਕਿਸਮ ਦੀ ਕਨਫਰੰਟੇਸ਼ਨ ਨਹੀਂ ਆਊਗੀ, ਕੋਈ ਕੌਨਫਲਿਕਟ ਨਹੀਂ ਹੋਊਗਾ ਔਰ ਇਹਦੇ ਨਾਲ ਜਿਹੜਾ ਰਾਜਾਂ ਦੇ ਮਸਲੇ ਹੈਗੇ ਆ, ਸਮੱਸਿਆਵਾਂ ਹੈ ਜਾਂ ਰਾਜਾਂ ਦਾ ਜੋ ਵੀ ਲੈਣ ਦੇਣ ਬਣਦਾ ਵਾ ਸੈਂਟਰ ਵਾਲੇ ਪਾਸੇ ਨੂੰ, ਉਹ ਸਮੂਥਲੀ ਜਿਹੜਾ ਉਹ ਟਰਾਂਸਫਰ ਹੋ ਜਾਊਗਾ। ਇਹ ਬੇਸਿਕਲੀ ਇੱਕ ਜੁਮਲਾ ਕਹਿ ਲਓ, ਤੁਸੀਂ ਇੱਕ ਨਾਰਾ ਕਹਿ ਲਓ, ਇੱਕ ਭਰਮਾਉਣ ਵਾਲੀ ਜਿਹੜੀ ਹੈਗੀ, ਖਾਸ ਕਰਕੇ ਸੂਬੇ ਦੇ ਲੋਕਾਂ ਨੂੰ ਭਰਮਾਉਣ ਵਾਲੀ ਇੱਕ ਨਵੀਂ ਜਿਹੜੀ ਮੈਨੂੰ ਕਹੀਏ ਈਡੀਅਮ ਜਿਹੜੀ ਹੈਗੀ ਆ, ਵੋਕੈਬੂਲਰੀ ਡਿਵੈਲਪ ਕੀਤੀ ਸੀਗੀ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਉੱਥੇ BJP ਦੀ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਹੈਗੀਆਂ ਲਈਆਂ ਜਾਣ। ਜੀ ਸੇਖੋਂ ਜੀ। ਸੋ ਗੱਲ ਇਹ ਹੈ ਕਿ ਤੁਸੀਂ ਕਿਹਾ ਕਿ ਕੌਨਫਲਿਕਟ ਨਹੀਂ ਹੋਏਗਾ, ਕਨਸੈਂਟਰੇਸ਼ਨ ਨਹੀਂ ਹੋਏਗੀ, ਮਤਲਬ ਟਕਰਾਓ ਨਹੀਂ ਹੋਏਗਾ। ਸੋ ਸਵਾਲ ਇਹ ਬਣਦਾ ਹੈ ਕਿ ਸਰਕਾਰ ਤਾਂ ਲੋਕਾਂ ਨੇ ਚੁਣਨੀ ਹੈ, ਪਾਰਟੀਆਂ ਨੂੰ ਲੋਕਾਂ ਨੇ ਵੋਟ ਦੇਣਾ ਹੈ, ਵਿਧਾਇਕ ਲੋਕਾਂ ਨੇ ਚੁਣਨੇ ਨੇ, ਕੌਣ MP ਬਣੂਗਾ, ਕੌਣ MLA ਬਣੂਗਾ, ਇਹ ਤੇ ਲੋਕਾਂ ਦੀ ਵੋਟਿੰਗ ਦੇ ਉੱਤੇ ਹੈ। ਡੈਮੋਕ੍ਰੇਸੀ ਹੈ, ਵੋਟਾਂ ਦੀ ਪਾਵਰ ਹੈ। ਹੁਣ ਮੰਨ ਲਓ ਸਰਕਾਰ BJP ਦੀ ਹੈ ਸੈਂਟਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਚੁਣੀ ਗਈ ਆਮ ਆਦਮੀ ਪਾਰਟੀ, ਕਿਉਂਕਿ ਲੋਕਾਂ ਨੇ ਸਰਕਾਰ ਬਣਾਈ, ਲੋਕਾਂ ਨੇ ਪਾਰਟੀ ਨੂੰ ਚੁਣਿਆ। ਹੁਣ ਆਪਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਨਫਰੰਟ੍ਰੇਸ਼ਨ ਹੋਣੀ ਚਾਹੀਦੀ, ਟਕਰਾਵ ਹੋਣਾ ਚਾਹੀਦਾ ਹੈ ਵੀ ਤੁਸੀਂ ਆਮ ਆਦਮੀ ਪਾਰਟੀ ਹੋ ਤੇ ਅਸੀਂ BJP ਹਾਂ। ਇਹ ਟਕਰਾਵ ਦੀ ਸਥਿਤੀ ਕਿਉਂ ਹੈ? ਇਹ ਮਨਮੁਟਾਵ ਦੀ ਸਥਿਤੀ ਕਿਉਂ ਹੈ? ਇਹ ਤੇ ਕੋਈ ਲੌਜਿਕ ਨਹੀਂ ਨਾ ਬਣਦਾ, ਕਿਉਂਕਿ ਇਹ ਤੇ ਲੋਕਾਂ ਨੇ ਮੈਂਡੇਟ ਦਿੱਤੀ ਹੈ। ਸੇਖੋਂ ਸਾਹਿਬ, ਨਹੀਂ, ਲੌਜਿਕ ਬਹੁਤ ਸਮਝਣ ਦੀ ਲੋੜ ਹੈਗੀ। ਅਸਲ ਦੇ ਵਿੱਚ ਇਹ ਸਾਰੀ ਜਿਹੜੀ ਲੌਜਿਕ ਦੀ ਜੜ ਹੈਗੀ ਆ, ਜਿਹੜਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਵਾ ਔਰ ਇੰਨਾ ਵੱਡਾ ਇੱਕ ਸ਼ਾਸਕ, ਇੰਨੀ ਵੱਡੀ ਪਾਰਟੀ, ਇੰਨੀ ਵੱਡੀ ਸਰਕਾਰ ਨੂੰ ਪਹਿਲੀ ਵਾਰੀ ਆਪਣੇ ਬਣਾਏ ਹੋਏ ਕਾਨੂੰਨ ਵਾਪਸ ਲੈਣੇ ਪੈ ਰਹੇ ਆ। ਅਸਲ ਦੇ ਵਿੱਚ ਕੇਂਦਰ ਦੀ ਸਰਕਾਰ ਜਾਂ ਕੇਂਦਰ ਦੀ ਲੀਡਰਸ਼ਿਪ ਜਾਂ ਬਹੁਤ ਵੱਡਾ ਲੀਡਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਹੈਗਾ ਵਾ, ਉਹਨੂੰ ਲੱਗਾ ਕਿ ਇਹ ਬੇਸਿਕਲੀ ਉਹਨਾਂ ਲਈ ਬਹੁਤ ਇੱਕ ਕਿਸਮ ਦਾ, ਕਿਉਂਕਿ ਆਮ ਤੌਰ ਤੇ ਉਹਨਾਂ ਬਾਰੇ ਹੁੰਦਾ ਸੀ ਵੀ ਜਿਹੜੀ ਉਹ ਗੱਲ ਮੂੰਹ ਕਹਿ ਦਿੰਦੇ ਆ ਐਜ਼ ਏ ਚੀਫ ਮਿਨਿਸਟਰ ਕਹੀ ਆ ਜਾਂ ਮੁੱਖ ਮੰਤਰੀ ਦੇ ਤੌਰ ਤੇ ਉਹ ਬੈਕ ਟਰੈਕ ਨਹੀਂ ਕਰਦੇ। ਚਾਹੇ 370 ਦੀ ਗੱਲ ਸੀ, ਚਾਹੇ CA, ਬਹੁਤ ਸਾਰੇ ਇਦਾਂ ਦੇ ਉਹਨਾਂ ਨੇ ਕੰਟਰੋਵਰਸ਼ੀਅਲ ਹੋਰ ਕਾਨੂੰਨ ਵੀ ਬਣਾਏ ਆ। ਪਰ ਕਿਸਾਨਾਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਬੈਕਫੁੱਟ ਤੇ ਲਿਆਂਦਾ, ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਕਿਉਂਕਿ ਜਿਹੜਾ ਇਸ ਵੇਲੇ ਰੌਲਾ ਇਸ ਵੇਲੇ ਹੈਗਾ ਵਾ, ਉਹ ਹੈਗਾ ਵਾ ਖਾਸ ਕਰਕੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਦੇ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਮੰਡੀ ਜਿਹੜੀ ਹੈਗੀ ਆ, ਬੋਰਡ ਨੂੰ ਜਿਹੜੀ ਫੀਸ ਆਉਣੀ ਆ, ਉਹਦੇ ਉੱਤੋਂ ਜ਼ਿਆਦਾ ਰੱਟਾ ਪਾ ਕੇ ਬੈਠੇ ਆ। ਉਹਨਾਂ ਨੂੰ ਲੱਗਦਾ ਹੈ ਕਿ ਇਹ ਸਿੱਧੇ ਤੌਰ ਤੇ ਕਿਸਾਨੀ ਨੂੰ, ਪਿੰਡਾਂ ਨੂੰ, ਪੰਜਾਬ ਨੂੰ, ਖੇਤੀਬਾੜੀ ਨੂੰ ਹਿੱਟ ਕਰੂਗਾ। ਮੈਨੂੰ ਲੱਗਦਾ ਕਿ ਇਹਦੀ ਸਾਰੇ ਦੀ ਜਿਹੜੀ ਸਮੱਸਿਆ ਦੀ ਜੜ ਹੈਗੀ ਆ, ਮਗਰਲੇ ਪਾਸੇ ਜਿਹੜੀ ਆ ਉਹ ਇਹ ਪਈ ਹੈਗੀ ਆ
ਜਿਹੜਾ ਕੇਂਦਰ ਸਰਕਾਰ ਬਾਰ-ਬਾਰ ਆਪਣੀ ਗੱਲ ਤੇ ਅੜਿਆ ਹੈ ਜਾਂ ਬਾਰ-ਬਾਰ ਜਿਹੜਾ ਹੈਗਾ ਉਹ ਰੂਲ ਨੂੰ ਚੇਂਜ ਕਰਦਾ। ਜੀ ਅਸੀਂ ਕਿਉਂਕਿ ਗੱਲ ਕਰ ਰਹੇ ਹਾਂ ਸੰਘੀ ਢਾਂਚੇ ਦੀ, ਫੈਡਰਲ ਸਟਰਕਚਰ ਦੀ, ਤਾਂ ਜ਼ਰੂਰੀ ਤੌਰ ਤੇ ਗੱਲ ਕਰਨੀ ਬਣਦੀ ਹੈ ਸੰਵਿਧਾਨ ਦੀ। ਸੰਵਿਧਾਨ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਜੋ ਮੈਂਡੇਟ ਲੈ ਕੇ ਜਿੱਤੇਗਾ ਉਹ ਆਪਣੀ ਪਾਰਟੀ ਨੂੰ ਲੈ ਕੇ ਆਏਗਾ, ਉਹ ਸਰਕਾਰ ਬਣਾਏਗਾ ਤੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੋਵੇਂ ਮਿਲ ਕੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਨਗੀਆਂ, ਦੇਸ਼ ਨੂੰ ਅੱਗੇ ਵਧਾਉਣਗੀਆਂ, ਦੇਸ਼ ਦੀ ਤਰੱਕੀ ਵਾਸਤੇ ਬਿਲਕੁਲ ਕੰਮ ਕਰਨਗੀਆਂ। ਇਹ ਬਿਲਕੁਲ ਸਾਡੇ ਸੰਵਿਧਾਨ ਦੇ ਵਿੱਚ ਸਿੱਧਾ ਸਾਦਾ ਇੱਕ ਹਿਸਾਬ ਕਿਤਾਬ ਹੈ ਜੋ ਕਿ ਭੀਮ ਰਾਓ ਅੰਬੇਦਕਰ ਸਾਹਿਬ ਨੇ ਸਾਨੂੰ ਦਿੱਤਾ। ਸੋ ਹਾਲਾਂਕਿ ਸੰਵਿਧਾਨ ਦੇ ਮੁਤਾਬਿਕ ਕੋਈ ਫਰਕ ਨਹੀਂ ਪੈਂਦਾ ਕਿਹੜੀ ਪਾਰਟੀ ਕਿੱਥੇ ਰੂਲ ਕਰਦੀ ਹੈ, ਕਿਉਂਕਿ ਬੇਸਿਕਲੀ ਤਾਂ ਹਿਊਮਨ ਵੈਲਫੇਅਰ ਵਾਸਤੇ ਕੰਮ ਕਰਨਾ ਨਾ, ਬੇਸਿਕਲੀ ਤੇ ਭਾਰਤ ਦੇ ਨਾਗਰਿਕਾਂ ਵਾਸਤੇ, ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਲੋਕਾਂ ਵਾਸਤੇ, ਉਹਨਾਂ ਦੀ ਭਲਾਈ ਵਾਸਤੇ ਕੰਮ ਕਰਨਾ। ਸੋ ਕੋਈ ਡਿਫਰੈਂਸ ਤੇ ਹੁੰਦਾ ਨਹੀਂ ਕਿਉਂਕਿ ਲੋਕਾਂ ਨੇ ਚੁਣਿਆ। ਖੈਰ ਜੋ ਪੋਲਿਟਿਕਸ ਹੈ ਉਹ ਡਿਫਰੈਂਸ ਕ੍ਰੀਏਟ ਕਰਦਾ ਹੈ ਔਰ ਡਬਲ ਇੰਜਨ ਵਰਗੀ ਇੱਕ ਟਰਮੀਨੋਲੋਜੀ, ਡਬਲ ਇੰਜਨ ਵਰਗਾ ਇੱਕ ਸ਼ਬਦ ਇਜਾਦ ਕੀਤਾ ਜਾਂਦਾ ਹੈ। ਸੀਐਮ ਕਹਿੰਦੇ ਨੇ ਕਿ ਪੰਜਾਬ ਤਰੱਕੀ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਕੇਂਦਰ ਸਾਡਾ ਸਾਥ ਨਹੀਂ ਦੇ ਰਿਹਾ, ਕੇਂਦਰ ਸਾਡੇ ਨਾਲ ਉਹ ਵਰਤਾਵ ਨਹੀਂ ਕਰ ਰਿਹਾ ਜੋ ਸਹੀ ਤੌਰ ਨਾਲ ਸਾਡੇ ਨਾਲ ਵਰਤਾਵ ਕਰਨਾ ਚਾਹੀਦਾ। ਸਾਡੇ ਫੰਡ ਨਹੀਂ ਦਿੱਤੇ ਜਾਂਦੇ, ਸਾਡੇ ਫੰਡ ਰੋਕ ਦਿੱਤੇ ਜਾਂਦੇ ਨੇ, ਕੇਂਦਰ ਸਰਕਾਰ ਸਾਡੇ ਤਰੱਕੀ ਦੇ ਰਾਹ ਦੇ ਵਿੱਚ ਸਾਡੀ ਸਹਾਇਤਾ ਨਹੀਂ ਕਰ ਰਿਹਾ, ਸੀਐਮ ਮਾਨ ਕਹਿੰਦੇ ਨੇ। ਤੇ ਉਧਰੋਂ ਕੇਂਦਰ ਸਰਕਾਰ ਕਹਿੰਦੀ ਹੈ ਸਾਰੇ ਸੂਬੇ ਤਰੱਕੀ ਕਰ ਰਹੇ ਨੇ, ਸੈਂਟਰ ਤਰੱਕੀ ਕਰ ਰਿਹਾ ਹੈ। ਜੇ ਪੰਜਾਬ ਤਰੱਕੀ ਨਹੀਂ ਕਰ ਰਿਹਾ ਤਾਂ ਆਪਣੀਆਂ ਗਲਤੀਆਂ ਕਰਕੇ ਨਹੀਂ ਕਰ ਰਿਹਾ, ਉਹਦੇ 'ਚ ਆਪਣੀਆਂ ਕਮੀਆਂ ਨੇ, ਇਸ ਕਰਕੇ ਪੰਜਾਬ ਤਰੱਕੀ ਨਹੀਂ ਕਰ ਰਿਹਾ। ਹੁਣ ਇਹ ਗੱਲ ਕਿੱਧਰ ਨੂੰ ਜਾਂਦੀ ਹੈ, ਕੌਣ ਸਹੀ ਕਹਿ ਰਿਹਾ, ਕੌਣ ਸਹੀ ਨਹੀਂ ਕਹਿ ਰਿਹਾ? ਸੇਖੋਂ ਸਾਹਿਬ। ਨਹੀਂ, ਬੇਸਿਕਲੀ ਸਭ ਤੋਂ ਵੱਡੀ ਗੱਲ ਹੈਗੀ ਕਿ ਪੰਜਾਬ ਦਾ ਜਿਹੜੀ ਇਸ ਵੇਲੇ ਜੀਓਗ੍ਰਾਫੀ ਹੈ ਜਿੱਥੇ ਲੋਕੇਟਡ ਹੈਗਾ ਵਾ, ਪੰਜਾਬ ਪਾਰਟੀਸ਼ਨ ਦਾ ਢਾਂਚਾਗਤ ਜਿਹੜਾ ਹੈਗਾ ਵਾ ਉਹ ਵਿਕਟਮ ਬਣਿਆ। ਔਰ 47 ਤੋਂ ਬਾਅਦ ਚਾਹੇ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਚਾਹੇ ਹੋਰ ਸਰਕਾਰਾਂ ਆਈਆਂ, ਉਹਨਾਂ ਨੇ ਖਾਸ ਕਰਕੇ ਇਹ ਤਾਂ ਠੀਕ ਹੈਗਾ ਕਿ ਗ੍ਰੀਨ ਰੈਵੋਲੂਸ਼ਨ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ, ਪਰ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਡਿਵਰਸੀਫਿਕੇਸ਼ਨ ਹੋਣੀ ਚਾਹੀਦੀ ਸੀਗੀ ਜਾਂ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਸ ਕਿਸਮ ਦੀ ਟਰਾਂਸਫਰਮੇਸ਼ਨ ਹੋਣੀ ਚਾਹੀਦੀ ਉਹ ਨਹੀਂ ਹੋਈ। ਪੰਜਾਬ ਇੱਕ ਛੋਟਾ ਸਟੇਟ ਹੈਗਾ, ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ਬਹੁਤ 553 ਕਿਲੋਮੀਟਰ ਹੈਗੀ ਆ। ਜਿੰਨੀਆਂ ਹਿੰਦੁਸਤਾਨ ਪਾਕਿਸਤਾਨ ਦੀਆਂ ਲੜਾਈਆਂ ਉਹ ਪੰਜਾਬ ਨੇ ਝੱਲੀਆਂ, ਉਹਦੇ ਵਿੱਚੋਂ ਪੰਜਾਬ ਦੇ ਵਿੱਚ ਲੰਮਾ ਸਮਾਂ ਇੱਕ ਅੱਤਵਾਦ ਦੀ ਲਹਿਰ ਰਹੀ ਆ। ਪੰਜਾਬ ਦੇ ਵਿੱਚ ਐਗਰੀਕਲਚਰ ਜਿਹੜੀ ਆ ਉਹਦਾ ਡਿਕਲਾਈਨ ਹੋਇਆ। ਪੰਜਾਬ ਦੇ ਜਿਹੜੇ ਗੁਆਂਢੀ ਸੂਬਿਆਂ ਨੂੰ ਕੇਂਦਰ ਸਰਕਾਰ ਨੇ ਖਾਸ ਕਰਕੇ ਜੰਮੂ ਕਸ਼ਮੀਰ ਨੂੰ, ਹਿਮਾਚਲ ਨੂੰ, ਉੱਤਰਾਖੰਡ ਨੂੰ ਇੰਡਸਟਰੀ ਵਾਸਤੇ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ। ਪਰ ਇਹਦੇ ਨਾਲ ਨਾਲ ਇਹ ਵੀ ਕਹਿਣਾ ਪਊਗਾ ਕਿ ਖਾਸ ਕਰਕੇ ਪਿਛਲੇ 30 ਸਾਲਾਂ ਤੋਂ ਜਿਹੜੀ ਪੰਜਾਬ ਦੀਆਂ ਰਾਜ ਕਰਨ ਵਾਲੀਆਂ ਧਿਰਾਂ ਸੀਗੀ ਉਹਨਾਂ ਨੇ ਵੀ ਬਹੁਤ ਵੱਡਾ ਪੰਜਾਬ ਦੇ ਲੋਕਾਂ ਦੇ ਨਾਲ ਜਾਂ ਪੰਜਾਬ ਦੇ ਨਾਲ ਧੋਖਾ ਕੀਤਾ। ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨਿਜ਼ਾਮ ਦੇ ਵਿੱਚ ਪੰਜਾਬ ਜਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਉਹ ਸੈਂਟਰ ਦੇ ਵਿੱਚ ਨਹੀਂ ਸੀਗੇ। ਉਹਨਾਂ ਪਾਰਟੀਆਂ ਦੇ ਸੈਂਟਰ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰ ਸੀ ਜਾਂ ਉਹ ਸੀ ਜਾਂ ਲੁੱਟਮਾਰ ਸੀ ਜਾਂ ਪੰਜਾਬ ਨੂੰ ਖਾਸ ਕਰਕੇ ਜਿਹੜਾ ਜਿਸ ਹਾਲਾਤ ਦੇ ਵਿੱਚ ਉਹਨਾਂ ਪਹੁੰਚਾਇਆ ਹੈ ਉਹ ਵੱਡੇ ਹੱਦ ਤੱਕ ਜ਼ਿੰਮੇਵਾਰ। ਕਿਸੇ ਵੀ ਲੈਵਲ ਦੇ ਉੱਤੇ ਉਹਨਾਂ ਨੇ ਪੰਜਾਬ ਨੂੰ ਸੈਂਟਰ 'ਚ ਰੱਖ ਕੇ ਉਹ ਮੁੱਦੇ ਨਹੀਂ ਉਠਾਏ ਜਿਹੜੇ ਮੁੱਦੇ ਉਠਾਉਣੇ ਚਾਹੀਦੇ ਸੀ। ਇਹ ਤਾਂ ਸਿਰਫ ਕਿਸਾਨਾਂ ਨੇ ਹੀ ਪਿਛਲੇ 2 ਸਾਲ ਪਹਿਲਾਂ ਜਿਹੜੀ ਆਪਣੇ ਇੱਕ ਆਵਾਜ਼ ਉਠਾਈ ਆ, ਜਿਹਦੇ ਨਾਲ ਘੱਟੋ ਘੱਟ ਜਿਹੜਾ ਹੈਗਾ ਸੀਗਾ ਕਿ ਪੰਜਾਬ ਦੇ ਲੋਕ ਪੰਜਾਬ ਬਾਰੇ ਸੋਚਣ ਲਈ ਜਾਂ ਇਹ ਸਰਕਾਰਾਂ ਜਿਹੜੀਆਂ ਹੈਗੀਆਂ ਸੋਚਣ ਲਈ ਮਜਬੂਰ ਹੋਈਆਂ। ਹਾਂ, ਇਹ ਗੱਲ ਜ਼ਰੂਰ ਹੈਗੀ ਆ, ਬੀਜੇਪੀ ਨੂੰ ਇਹ ਪਤਾ ਹੈ ਕਿ ਜਿੰਨਾ ਚਿਰ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਉੱਤੇ ਉਹਨਾਂ ਦਾ ਕੋਈ ਪੋਲੀਟੀਕਲ ਰਜੀਮ ਕੰਟਰੋਲ ਨਹੀਂ ਹੁੰਦਾ ਉਹਨਾਂ ਚਿਰ ਇਹ ਰਜਿਸਟੈਂਸ ਆਉਂਦੀ ਰਹੂਗੀ। ਔਰ ਇਹ ਰਜਿਸਟੈਂਸ ਜਿਹੜੀ ਹੈਗੀ ਆ ਦੇਸ਼ ਦੇ ਹੋਰ ਸੂਬੇ ਚਾਹੇ ਹਰਿਆਣਾ ਵਾ ਚਾਹੇ ਯੂਪੀ ਆ ਚਾਹੇ ਸਦਰਨ ਸਟੇਟਸ ਹੈਗੇ ਆ ਜਾਂ ਸੈਂਟਰਲ ਸਟੇਟ ਹੈਗੇ ਆ, ਉਸ ਰਜਿਸਟੈਂਸ ਦੇ ਵਿੱਚ ਸ਼ਾਮਿਲ ਹੋਣਗੇ ਔਰ ਇਹ ਕੇਂਦਰ ਸਰਕਾਰ ਲਈ ਬਹੁਤ ਸਮੱਸਿਆ ਕਿਸਮ ਦੀ ਜਿਹੜਾ ਚੈਲੰਜ ਪੈਦਾ ਕਰਦੇ ਰਹਿਣਗੇ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿਉਂਕਿ ਇਹ ਕੈਲਕੂਲੇਸ਼ਨਸ ਇੱਧਰ ਹੀ ਜਾ ਰਹੀਆਂ ਨੇ। ਸੋ ਇੱਕ ਮੇਨ ਗੱਲ ਇਹ ਦੇਖਣ ਨੂੰ ਮਿਲਦੀ ਹੈ ਕਿ ਪੰਜਾਬ ਨੇ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਵੀ ਕਿਹਾ ਪਾਰਟੀਸ਼ਨ ਹੋਇਆ ਤੇ ਪੰਜਾਬ ਦਾ ਹੋਇਆ ਹੈ। ਭਾਰਤ ਔਰ ਪਾਕਿਸਤਾਨ ਜਿਹੜੇ ਬਣੇ ਨੇ, ਪਾਕਿਸਤਾਨ ਪੰਜਾਬ ਦੇ ਵਿੱਚੋਂ ਬਣਿਆ। ਉਸ ਤੋਂ ਬਾਅਦ 1966 ਦੇ ਵਿੱਚ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬ ਦੀ ਵੰਡ ਹੁੰਦੀ ਹੈ। ਚੰਡੀਗੜ੍ਹ ਦਾ ਮਸਲਾ ਪੰਜਾਬ ਦਾ ਮਸਲਾ, ਕਿਤੇ ਰਾਜਧਾਨੀ ਸੀ ਲਾਹੌਰ ਸੀ, ਫਿਰ ਉੱਥੋਂ ਇੱਧਰ ਚੰਡੀਗੜ੍ਹ ਮਿਲਦੀ ਸੀ ਤਾਂ ਫਿਰ ਉਹਦੇ ਵਿੱਚ ਵੀ ਝੰਜਟ। ਹਾਲਾਂਕਿ ਪੁਰਾਤਨ ਇਤਿਹਾਸ ਇਹ ਕਹਿੰਦਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਚੁੱਕਾ ਸੀ, ਪਰ ਹੁਣ ਨਵਾਂ ਰੇੜਕਾ ਪਾਇਆ ਹੋਇਆ। ਕਿਤੇ ਹਾਈ ਕੋਰਟ ਦਾ ਰੇੜਕਾ ਪੈਂਦਾ ਹੈ, ਕਿਤੇ ਵਿਧਾਨ ਸਭਾ ਦਾ ਰੇੜਕਾ ਪੈਂਦਾ ਹੈ, ਕਿਤੇ ਸੈਂਟਰ ਦੇ ਇੰਪਲੋਈ ਬਣਾ ਦਿੱਤਾ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਆ ਕੇ ਉਹਨਾਂ ਨੂੰ ਜੋ ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਨੇ। ਸੋ ਇਹ ਸਭ ਤਰੀਕੇ ਜਿਹੜੇ ਚੱਲਦੇ ਪਏ ਨੇ ਕਿ ਪੰਜਾਬ ਨੂੰ ਥੱਲੇ ਲਾਉਣ ਵਾਸਤੇ, ਕਿਉਂਕਿ ਭਾਖੜਾ ਡੈਮ ਦੀ ਜਿਹੜੀ ਕਮੇਟੀ ਹੈ ਉਹਦਾ ਵੀ ਅਸੀਂ ਹਾਲ ਦੇਖ ਚੁੱਕੇ ਹਾਂ। ਪੰਜਾਬ ਦੇ ਜਿਹੜੇ ਪਾਣੀਆਂ ਦੇ ਮਸਲੇ ਨੇ, ਮਤਲਬ ਇਹ ਹੈ ਕਿ ਸਾਰੇ ਮਸਲੇ ਉੱਥੇ ਦੇ ਉੱਥੇ, ਬਲਕਿ ਨਿਤ ਨਵੇਂ ਦਿਨ ਨਵੀਆਂ ਉਲਝਣਾਂ ਨਵੀਆਂ ਗੁੰਝਲਾਂ ਪੈਦਾ ਹੁੰਦੀਆਂ ਪਈਆਂ ਨੇ। ਇਹ ਕਿੱਧਰ ਨੂੰ ਜਾ ਰਿਹਾ ਸਾਰਾ ਕੰਮ? ਸੇਖੋਂ ਸਾਹਿਬ। ਪੰਜਾਬ ਨਹੀਂ ਦੱਬਦਾ, ਪੰਜਾਬ ਦੇ ਲੋਕ ਨਹੀਂ ਦੱਬਦੇ, ਪੰਜਾਬ ਦੀ ਲੀਡਰਸ਼ਿਪ ਦੱਬਦੀ ਰਹੀ। ਤੁਸੀਂ ਦੇਖੋ ਕਾਂਗਰਸ ਦਾ ਜਿਹੜੇ ਬਹੁਤ ਵੱਡੇ ਮੁੱਖ ਮੰਤਰੀ 2 ਵਾਰੀ ਰਹੇ ਉਹ ਕਿਹੜੇ ਪਾਸੇ ਵੱਲ ਗਏ ਆ। ਅਕਾਲੀ ਦਲ ਦੇ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਉਹ ਕਿਹੜੇ ਪਾਸੇ ਵੱਲ ਗਏ, ਦੱਬ ਕੇ ਗਏ ਆ।
ਅਕਾਲੀ ਦਲ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਉਸ ਪਾਰਟੀ ਨਾਲ ਭਾਈਵਾਲ ਕੀਤੀ ਜਿਹੜੀ ਹੁਣ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਦੁੱਖੀ ਬਣੀ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਜਦੋਂ ਤੁਸੀਂ ਪੰਜਾਬ ਨੂੰ ਦੇਖਣਾ ਵਾ, ਲੀਡਰਸ਼ਿਪ ਨੂੰ ਬਾਹਰ ਰੱਖਣਾ ਪਊਗਾ। ਜਦੋਂ ਮੈਂ ਪੰਜਾਬ ਦੀ ਗੱਲ ਕਰਦਾ, ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ। ਮੁੱਦੇ ਹੈਗੇ ਆ, ਪਾਣੀਆਂ ਦਾ ਮੁੱਦਾ ਬਹੁਤ ਸੀਰੀਅਸ ਹੈ, ਉਹ ਮੁੱਦਾ ਜਿਹੜਾ ਹੈਗਾ ਬਾਰ-ਬਾਰ ਜਿਹੜਾ ਉਠਾਇਆ ਜਾਂਦਾ, ਪਰ ਇਹ ਸਰਕਾਰਾਂ ਨੂੰ ਵੀ ਪਤਾ ਜਾਂ ਹੋਰ ਧਿਰਾਂ ਨੂੰ ਵੀ ਪਤਾ ਕਿ ਇਹ ਮੁੱਦਾ ਇੰਨਾ ਸੀਰੀਅਸ ਹੈਗਾ ਵਾ, ਇਹ ਪੰਜਾਬ ਦੇ ਲੋਕਾਂ ਦੀ ਜਿੰਦ ਜਾਨ ਦਾ ਮੁੱਦਾ ਹੈ। ਇਹ ਮੁੱਦੇ ਨੂੰ ਧੱਕੇ ਨਾਲ ਉਹ ਹੱਲ ਨਹੀਂ ਕਰ ਸਕਦੇ। ਤੁਸੀਂ ਦੇਖੋ ਵੀ ਇੱਕ ਸਟੈਪ ਅੱਗੇ ਚੱਲਦੇ ਆ, ਫਿਰ 2 ਸਟੈਪ ਉਹਨਾਂ ਨੂੰ ਪਿੱਛੇ ਆਉਣਾ ਪੈਂਦਾ ਵਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਖੇਤੀਬਾੜੀ ਜਿਹੜੀ ਆ ਬਿਲਕੁਲ ਡਿਕਲਾਈਨ ਦੇ ਉੱਤੇ ਆ। ਹੋਰ ਸਮੱਸਿਆ ਪੈਦਾ ਹੋਈਆਂ, ਅਨਪਲਾਈਮੈਂਟ ਨਾਲ ਸਮੱਸਿਆ ਪੈਦਾ ਹੋਈ, ਇੰਡਸਟਰੀ ਆਈ ਨਹੀਂ, ਜਿਹੜੀ ਹੈਗੀ ਸੀ ਉਹ ਅੱਤਵਾਦ ਕਰਕੇ ਚਲੀ ਗਈ। ਸਾਡੀ ਐਜੂਕੇਸ਼ਨ ਜਿਹੜੀ ਹੈਗੀ ਉਹਦੇ ਉੱਤੇ ਇਹਨਾਂ ਨੇ ਧਿਆਨ ਨਹੀਂ ਦਿੱਤਾ। ਅਸਲ ਦੇ ਵਿੱਚ ਕ੍ਰਿਮੀਨਲ ਨੈਗਲੈਕਟ ਜਿਹੜੀ ਪਿਛਲੇ 30 ਸਾਲਾਂ ਤੋਂ, ਮੈਂ ਇਸ ਕਰਕੇ ਕਹਿ ਰਿਹਾ ਕਿ 70ਵੇਂ ਦਾ ਪੰਜਾਬ ਬਹੁਤ ਚੰਗਾ ਸੀ, ਮੁੜ ਕੇ ਪੰਜਾਬ ਦੇ ਵਿੱਚ ਆਤੰਕਵਾਦ ਰਿਹਾ। ਮਗਰਲੇ ਜਿਹੜੇ 93 ਤੋਂ ਬਾਅਦ ਜਿਹੜੇ 30 ਸਾਲ ਸੀਗੇ ਜਾਂ 92 ਤੋਂ ਬਾਅਦ, ਉਹ 30 ਸਾਲ 'ਚ 15 ਸਾਲ ਅਕਾਲੀ ਤੇ ਕਾਂਗਰਸੀ ਜ਼ਿੰਮੇਵਾਰ ਰਹੇ ਆ। ਜੇ ਮੈਨੂੰ ਤੁਸੀਂ ਇਹ ਪੁੱਛੋ ਤੇ ਮੈਂ ਕਹਿੰਦਾ ਵੀ ਉਹਨਾਂ ਦੀ ਹੀ ਜਿਹੜੀ ਕ੍ਰਿਮੀਨਲ ਨੈਗਲੈਕਟ ਹੈਗੀ ਆ ਪੰਜਾਬ ਦੀ, ਕਿ ਉਹਨਾਂ ਨੇ ਜਿਹੜੇ ਬੇਸਿਕ ਮੁੱਦੇ ਸੀ, ਉਹ ਵਿਦਿਆ ਸੀਗੀ, ਉਹ ਸਾਡੀ ਸਿਹਤ ਸੀਗੀ, ਉਹ ਸਾਡਾ ਪੰਚਾਇਤੀ ਰਾਜ ਸਿਸਟਮ ਸੀਗਾ। ਕਰਪਸ਼ਨ ਅੱਤ ਦਰਜੇ ਦੀ ਵਧੀ ਗਈ, ਵੈਂਡੇਟਾ ਪੋਲਿਟਿਕਸ ਉਹਦੇ ਵਿੱਚੋਂ ਆਈ, ਔਰ ਉਹਨਾਂ ਨੇ ਸਿਰਫ ਆਪਣਾ ਇੰਟਰਸਟ ਹੀ ਸਰਵ ਕੀਤਾ, ਪੰਜਾਬ ਨੂੰ ਪਿੱਛੇ ਸੁੱਟਿਆ। ਤੋ ਇਸ ਕਰਕੇ ਪੰਜਾਬ ਦੇ ਮਸਲੇ ਜਿਹੜੇ ਬਹੁਤ ਪਾਈਲ ਅਪ ਹੋਏ ਆ। ਇਸੇ ਕਰਕੇ ਇੱਥੇ ਕੋਈ ਰੁਕਣਾ ਨਹੀਂ ਚਾਹੁੰਦਾ, ਇਸੇ ਕਰਕੇ ਯੂਥ ਨੂੰ ਫਿਊਚਰ ਨਹੀਂ ਦਿਖਦਾ, ਇਸੇ ਕਰਕੇ ਤੇ ਡਰੱਗ ਐਡਿਕਸ਼ਨ ਹੈਗੀ ਆ, ਇਸੇ ਕਰਕੇ ਆ ਗੈਂਗਸਟਰਿਜ਼ਮ ਪੈਦਾ ਹੋਇਆ, ਇਹਦੇ ਵਿੱਚੋਂ ਵਾਇਲੈਂਸ ਪੈਦਾ ਹੋਈ ਆ, ਇਨਸਿਕਿਉਰਿਟੀ ਪੈਦਾ ਹੋਈ ਆ, ਸੈਂਸ ਆਫ ਏਲੀਏਨੇਸ਼ਨ ਜਿਹੜੀ ਆ ਉਹ ਪੈਦਾ ਹੋਈ ਆ, ਜਿਹਦੀ ਵਜ੍ਹਾ ਕਰਕੇ ਪਿਛਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਜਿਹੜੇ ਜੰਮਣ ਤੋਂ ਲੈ ਕੇ ਕਹਿੰਦੇ ਸੀ ਵੀ ਸਾਨੂੰ ਸੂਰਜ ਲਾਂਭੇ ਹੋ ਸਕਦਾ, ਸਾਨੂੰ ਕੋਈ ਹਰਾ ਨਹੀਂ ਸਕਦਾ, ਜਾਂ ਸਾਡਾ ਹੀ ਰਾਜ ਰਹਿਣਾ ਵਾ, ਲੋਕਾਂ ਨੇ ਬੜੇ ਬੋਰਡ ਜਿਹੜੇ ਸੀਗੇ ਉਹਨਾਂ ਦੀਆਂ ਜੜ੍ਹਾਂ ਪੁੱਟ ਕੇ ਲਾਂਭੇ ਸੁੱਟ ਦਿੱਤਾ। ਔਰ ਨਵੇਂ ਖਾਸ ਕਰਕੇ ਜਿਹੜੇ ਲੋਕ ਆਏ ਆ, ਇਹਨਾਂ 'ਚੋਂ ਬਹੁਤ ਸਾਰੇ ਲੋਕ ਆ ਜਿਹੜੇ ਪੰਚਾਇਤ ਦੇ ਮੈਂਬਰ ਵੀ ਨਹੀਂ ਸੀ। ਲੋਕਾਂ ਨੇ ਇਹ ਸੋਚ ਕੇ ਤਬਦੀਲੀ ਕੀਤੀ ਆ ਕਿ ਹੋ ਸਕਦਾ ਇਸ ਦੇ ਆਉਣ ਦੇ ਨਾਲ ਪੰਜਾਬ ਦੀ ਕੋਈ ਤਕਦੀਰ ਜਾਂ ਪੰਜਾਬ ਦੀ ਕੋਈ ਤਸਵੀਰ ਜਿਹੜੀ ਆ ਉਹਦੇ ਵਿੱਚ ਥੋੜੀ ਤਬਦੀਲੀ ਆਵੇ। ਬਜ਼ੁਰਗ ਕਹਿੰਦੇ ਨੇ ਕਿ ਪੰਜਾਬ ਦਾ ਨੌਜਵਾਨ ਵਿਹਲੜ ਹੋ ਗਿਆ ਜਾਂ ਫਿਰ ਬਾਹਰ ਨੂੰ ਤੁਰ ਪਿਆ, ਬਾਹਰਲੇ ਦੇਸ਼ਾਂ ਜਾ ਕੇ ਉੱਥੇ ਜਾ ਕੇ ਕੰਮ ਕਰਨਾ ਪਸੰਦ ਕਰਦਾ, ਤੇ ਪੰਜਾਬ ਦੇ ਉੱਤੇ ਕਿੰਨਾ ਦਾ ਸਾਰੇ ਕਾਰੋਬਾਰ ਦੇ ਉੱਤੇ ਕਿੰਨਾ ਦਾ ਕੰਮ ਚੱਲਦਾ ਪਿਆ ਜਿਹੜੇ ਬਾਹਰੋਂ ਪ੍ਰਵਾਸੀ ਆਏ ਨੇ, ਕਿਉਂਕਿ ਹਰ ਦੂਜਾ ਜਾਂ ਤੀਜਾ ਬੰਦਾ ਸਾਨੂੰ ਪ੍ਰਵਾਸੀ ਮਿਲੇਗਾ। ਠੀਕ ਹੈ, ਉਹ ਵੀ ਆਪਣੇ ਦੇਸ਼ ਦੇ ਵਿੱਚ ਹੀ ਕੰਮ ਕਰਦੇ ਪਏ ਨੇ, ਔਰ ਜੋ ਰੋਜ਼ਗਾਰ ਪੰਜਾਬ ਦੇ ਨੌਜਵਾਨਾਂ ਕੋਲ ਹੋਣਾ ਚਾਹੀਦਾ ਸੀ ਉਹ ਅੱਜ ਪ੍ਰਵਾਸੀਆਂ ਕੋਲ ਹੈ। ਠੀਕ ਹੈ, ਉਹ ਵੀ ਭਾਰਤ ਦੇ ਹੀ ਲੋਕ ਨੇ। ਗੱਲ ਇਹ ਆਉਂਦੀ ਹੈ ਕਿ ਪੰਜਾਬ ਦੇ ਮੁੰਡੇ ਵਿਹਲੜ ਕਿਉਂ ਹੋ ਗਏ, ਕਿਸ ਕਾਰਨ? ਇਹਦਾ ਕੁਝ ਤੁਹਾਨੂੰ ਰੀਜ਼ਨ ਸਮਝ ਆਉਂਦਾ ਹੈ ਸੇਖੋ ਸਾਹਿਬ? ਬਹੁਤ ਕਲੀਅਰ ਰੀਜ਼ਨ ਹੈਗਾ। 80 ਦੇ ਵਿੱਚ ਜਿਹੜਾ ਸਾਡਾ ਵਿਦਿਅਕ ਢਾਂਚਾ ਸੀਗਾ ਉਹ ਸਾਰਾ ਸਮੈਸ਼ ਹੋ ਗਿਆ, ਉਹ ਸਾਰਾ ਕਲੈਪਸ ਹੋ ਗਿਆ। 12-13 ਸਾਲ ਇੱਥੇ 8-10 ਸਾਲ ਦੇ ਵਿੱਚ ਬਿਨਾਂ ਪੜ੍ਹਾਈ ਤੋਂ ਐਗਜ਼ਾਮੀਨੇਸ਼ਨ ਹੁੰਦੇ ਰਹੇ। ਸਾਰਾ ਤਾਣਾ ਬਾਣਾ ਸਾਡਾ ਵਿਖਰ ਗਿਆ। ਸਾਡਾ ਸਮਾਜਿਕ ਤਾਣਾ ਬਾਣਾ ਜਿਹੜਾ ਖਾਸ ਕਰਕੇ ਜਿਹੜੀ ਇਨਵੋਲੰਟਰੀ ਮਾਈਗ੍ਰੇਸ਼ਨ ਹੋਈ ਆ, ਪਿੰਡਾਂ 'ਚੋਂ ਚੰਗੇ ਖਾਂਦੇ ਪੀਂਦੇ ਲੋਕਾਂ ਦਾ ਬਾਹਰ ਨਿਕਲ ਜਾਣਾ, ਕੋਈ ਲੋਕਾਂ ਲਈ ਇੰਸਪੀਰੇਸ਼ਨ ਨਾ ਰਹਿਣੀ, ਪਿੰਡਾਂ 'ਚ ਧੜੇਬੰਦੀ ਆ ਜਾਣੀ, ਸਰਕਾਰਾਂ ਦਾ ਸਰਕਾਰੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਡਿਮੋਲਿਸ਼ ਕਰਨਾ। ਪਹਿਲੀ ਸਰਕਾਰ ਨੇ ਤਾਂ ਜਿਹੜੀ 7-8 ਸਾਲ ਪਹਿਲਾਂ ਜ਼ਮੀਨਾਂ ਵੇਚ ਦਿੱਤੀਆਂ, ਮਤਲਬ ਜਿੱਥੇ ਕਾਲਜ ਬਣ ਸਕਦੇ ਸੀਗੇ, ਜਿੱਥੇ ਹੋਰ ਚੀਜ਼ਾਂ ਬਣ ਸਕਦੀਆਂ ਉਹ ਵੇਚ ਦਿੱਤੀਆਂ। ਯੂਥ ਜਿਹੜੀ ਹੈਗੀ ਸਾਡੀ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਹੜਾ ਹਿਊਮਨ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਸੀ, ਕੁਆਲਿਟੀ ਐਜੂਕੇਸ਼ਨ ਦੇਣੀ ਚਾਹੀਦੀ ਸੀ, ਇੰਪਾਵਰ ਕਰਨਾ ਚਾਹੀਦਾ ਸੀ, ਚੰਗੀ ਸਿਹਤ ਬਣਾਉਣੀ ਚਾਹੀਦੀ ਸੀ, ਥੀਏਟਰ ਲੈ ਕੇ ਆਉਣੇ ਚਾਹੀਦੇ ਸੀ, ਸਪੋਰਟਸ ਲੈ ਕੇ ਆਉਣੀ ਚਾਹੀਦੀ ਸੀ, ਔਰ ਇਹ ਪੋਲੀਟੀਕਲ ਲੀਡਰਸ਼ਿਪ ਨੇ ਇੱਕ ਉਹਨਾਂ ਨੂੰ ਮਾਡਲ ਦੇਣਾ ਸੀਗਾ। ਪਰ ਇਹਨਾਂ ਨੇ ਲੋਕਾਂ ਨੂੰ ਵੱਖਰਿਆਂ ਕਰ ਲਿਆ, ਇਹਨਾਂ ਲੋਕਾਂ ਨੂੰ ਪਾੜਿਆ, ਲੋਕਾਂ ਦੇ ਵਿੱਚ ਹੋਰ ਕਿਸਮ ਦੀਆਂ ਕੁਰੀਤੀਆਂ ਪੈਦਾ ਕੀਤੀਆਂ। ਪਿੰਡ ਦੇ ਲੈਵਲ ਤੋਂ ਇਹਨਾਂ ਨੇ ਆਪਣੇ ਤੌਰ ਤੇ ਆਪਣੇ ਪੋਲੀਟੀਕਲ ਇੰਟਰਸਟ ਨੂੰ ਸਰਵ ਕਰਨੇ, ਪੰਚਾਇਤਾਂ ਨੂੰ ਵੰਡਿਆ ਗਿਆ, ਧੜੇਬੰਦੀ ਕੀਤੀ ਗਈ, ਇਸ ਤਰੀਕੇ ਦੀ ਰਾਜਨੀਤੀ ਲੈ ਕੇ ਆਏ, ਪੁਲਿਸ ਦਾ ਪੁਲਿਸਕਰਨ ਕੀਤਾ ਗਿਆ, ਪੋਲੀਟੀਸਾਈਜੇਸ਼ਨ ਆਫ ਪੁਲਿਸ ਕੀਤੀ ਗਈ, ਪਰਸਨਲ ਉਹਦੇ ਵਾਸਤੇ ਵਰਤੀ ਗਈ। ਔਰ ਸਾਰਾ ਇੱਕ ਕਿਸਮ ਦਾ ਪੁਰਾਣਾ ਜਿਸ ਖਾਸ ਕਰਕੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰਦੇ ਆ, ਇਹ ਸੰਗਤ ਦਰਸ਼ਨ ਦਾ ਕਨਸੈਪਟ ਲਿਆਂਦਾ। ਮੈਨੂੰ ਲੱਗਦਾ ਕਿ ਜੇ ਮੈਂ ਇਹ ਗੱਲ ਓਨੈਸਟਲੀ ਕਹਿਣਾ ਚਾਹੁੰਦਾ ਵੀ ਜਿੰਨਾ ਸਤਿਆਨਾਸ਼ ਉਹ ਸੰਗਤ ਦਰਸ਼ਨ ਦੇ ਕਨਸੈਪਟ ਨੇ ਸਾਡੀ ਐਡਮਿਨਿਸਟ੍ਰੇਟਿਵ ਸੈਟਅਪ ਦਾ ਕੀਤਾ, ਢਾਂਚੇ ਦਾ ਕੀਤਾ ਸੀ। ਲੋੜ ਸੀ ਪਟਵਾਰੀ ਦਾ ਕੰਮ ਪਟਵਾਰੀ ਕਰਦਾ, ਤਹਿਸੀਲਦਾਰ ਦਾ ਕੰਮ ਤਹਿਸੀਲਦਾਰ ਕਰਦਾ, ਵੀਡੀਓ ਦਾ ਕੰਮ ਵੀਡੀਓ ਕਰਦਾ, ਐਸਡੀਐਮ ਦਾ ਕੰਮ ਐਸਡੀਐਮ ਕਰਦਾ। ਕੀ ਲੋੜ ਸੀ ਉੱਥੇ ਇੱਕ ਵਿਅਕਤੀ ਦੇ ਬਹਿਣ ਦੇ ਨਾਲ ਸਿਰਫ ਵਾਹਵਾਗਿਰੀ ਲੈਣ ਵਾਸਤੇ? ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨੇ ਹੀ ਲੋਕਾਂ ਨੂੰ ਫੇਲ ਕੀਤਾ। ਲੋਕ ਜਿਹੜੇ ਸੀਗੇ ਉਹ ਜਿਹੜੇ ਸੀ ਉਹਨਾਂ ਦੀ ਐਸਪੀਰੇਸ਼ਨਸ ਹੋਰ ਸੀਗੀਆਂ। ਬਦਲਦੇ ਜ਼ਮਾਨੇ ਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਉੱਚੀਆਂ ਵਾ, ਤੁਹਾਡੀ ਕੈਪੇਬਿਲਿਟੀ ਨਹੀਂ ਹੈਗੀ, ਇੰਪਲਾਏਬਿਲਿਟੀ ਨਹੀਂ ਹੈਗੀ। ਤੁਸੀਂ ਇਹ ਦੇਖੋ ਕਿ ਇੱਥੇ ਆਸ ਖਤਮ ਹੋ ਗਈ। ਸਭ ਤੋਂ ਵੱਡੀ ਮਾੜੀ ਗੱਲ ਹੁੰਦੀ ਆ ਜਦੋਂ ਲੋਕਾਂ ਨੂੰ ਆਸ ਖਤਮ ਹੋ ਜਾਵੇ, ਸੰਸਥਾਵਾਂ ਤੋਂ ਵਿਸ਼ਵਾਸ ਘਟ ਜਾਵੇ, ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ, ਪੁਲਿਸ ਨੇ ਸਾਡੀ ਗੱਲ ਨਹੀਂ ਸੁਣਨੀ, ਸਾਨੂੰ ਇਨਸਾਫ ਨਹੀਂ ਮਿਲਣਾ।
ਪੋਲੀਟੀਕਲ ਲੀਡਰ ਜਿਹੜੇ ਹੈਗੇ ਆਪਣੀ ਪੋਲਿਟਿਕਸ ਦੇ ਤੱਕ ਹੀ ਸੀਮਿਤ ਹੈਗੇ ਆ, ਤੇ ਫਿਰ ਉਹਦੇ ਨਾਲ ਨੌਜਵਾਨ ਜਿਹੜਾ ਹੈਗਾ ਪੀੜ੍ਹੀ ਜਿਹੜੀ ਹਮੇਸ਼ਾ ਐਸਪੀਰੇਸ਼ਨਲ ਹੁੰਦੀ ਆ, ਜਿਹੜੀ ਹਮੇਸ਼ਾ ਜਿਹੜੀ ਹੁੰਦੀ ਆ ਇਮੈਜੀਨੇਟਿਵ ਹੁੰਦੀ ਆ, ਉਹਨੂੰ ਲੱਗਦਾ ਵੀ ਉਹ ਜਿਹੜੀਆਂ ਸਾਡੀ ਇਮੈਜੀਨੇਸ਼ਨਸ ਹੈਗੇ ਆ, ਜਿਹੜੇ ਸਾਡੇ ਸੁਪਨੇ ਹੈਗੇ ਆ, ਉਹ ਇੱਥੇ ਜਿਹੜੇ ਪੂਰੇ ਨਹੀਂ ਹੋ ਸਕਦੇ ਜਾਂ ਇਸ ਢਾਂਚੇ ਦੇ ਵਿੱਚ ਪੂਰੇ ਨਹੀਂ ਹੋ ਸਕਦੇ। ਤਾਂ ਇਸ ਕਰਕੇ ਨੈਚੁਰਲੀ ਉਹ ਉਦਾਸ ਵੀ ਹੁੰਦੇ ਆ, ਡਰੱਗ ਐਡਿਕਸ਼ਨ ਵੀ ਨਿਕਲਦੀ ਆ, ਗੈਂਗਸਟਰਿਜ਼ਮ ਵੀ ਨਿਕਲਦਾ ਵਾ, ਆਈਸੋਲੇਸ਼ਨ ਵੀ ਨਿਕਲਦੀ ਆ, ਘਰਾਂ 'ਚ ਲੜਾਈਆਂ ਵੀ ਨਿਕਲਦੀਆਂ, ਤੇ ਜਿਹੜੇ ਬਾਹਰ ਜਾ ਸਕਦੇ ਆ ਉਹ ਫਿਰ ਬਾਹਰ ਜਾਣ ਦੀ ਜਿਹੜੀ ਹੈਗੀ ਕੋਈ ਨਾ ਕੋਈ ਹੀਲਾ ਵਸੀਲਾ ਕਰਕੇ ਉੱਥੋਂ ਚਲੇ ਜਾਂਦੇ ਆ, ਤੇ ਜਿਹਦੇ ਨਾਲ ਅਲਟੀਮੇਟਲੀ ਸਾਡੇ ਸਮਾਜਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ ਤਾਣੇ ਬਾਣੇ ਦੇ ਉੱਤੇ ਬਹੁਤ ਨੈਗੇਟਿਵ ਅਸਰ ਪੈ ਰਿਹਾ। ਭਾਵੇਂ ਕਿ ਕੋਈ ਨੈਗੇਟਿਵ ਪੂਰਾ ਨਹੀਂ ਹੁੰਦਾ, ਪੋਜ਼ਿਟਿਵ ਵੀ ਹੋ ਸਕਦਾ ਹੈ, ਕਿਉਂਕਿ ਜਿਨ੍ਹਾਂ ਘਰਾਂ ਦੇ ਬੱਚੇ ਬਾਹਰ ਗਏ ਆ ਉਹਨਾਂ ਨੂੰ ਅਸੀਂ ਪੁੱਛ ਕੇ ਵੇਖੀ ਉਹ ਬਹੁਤ ਖੁਸ਼ ਹੁੰਦੇ ਆ। ਜਿਹੜੇ ਨਹੀਂ ਗਏ ਉਹ ਇਸ ਕੋਸ਼ਿਸ਼ ਦੇ ਵਿੱਚ ਹੈਗੇ ਆ ਵੀ ਅਸੀਂ ਇੱਥੋਂ ਚਲੇ ਜਾਈਏ। ਜੀ ਸੇਖੋ ਸਾਹਿਬ, ਆਪਾਂ ਇੱਕ ਸਿਚੁਏਸ਼ਨ ਲੈਂਦੇ ਆ, ਕਹਿੰਦੇ ਨੇ ਕਿ ਪੰਜਾਬ ਸਰਹੱਦੀ ਸੂਬਾ ਹੈ, ਸੈਂਸਿਟਿਵ ਏਰੀਆ, ਇਸ ਕਰਕੇ ਜੋ 50 ਕਿਲੋਮੀਟਰ ਤੱਕ ਬਾਰਡਰ ਸਿਕਿਉਰਿਟੀ ਫੋਰਸ ਆ ਸਕਦੀ ਹੈ, ਸੋ ਸੈਂਸਿਟਿਵ ਏਰੀਆ ਹੈ। ਸੈਕੰਡ, ਕਹਿੰਦੇ ਨੇ ਕਿ ਪੰਜਾਬ ਬਿਜ਼ਨਸ ਵਾਸਤੇ, ਕਿਉਂਕਿ ਕੋਈ ਇਹਦੇ ਨਾਲ ਸੀ ਪੋਰਟ ਨਹੀਂ ਹੈ, ਕੋਈ ਸਮੁੰਦਰੀ ਇਲਾਕਾ ਨਹੀਂ, ਕੋਈ ਜਹਾਜ਼ ਨਹੀਂ ਆ ਸਕਦੇ, ਇਸ ਕਰਕੇ ਕੋਈ ਉੱਦਾਂ ਦੇ ਕਮਰਸ਼ੀਅਲ 에ਅਰਪੋਰਟਸ ਨਹੀਂ ਹੈਗੇ, ਔਰ ਸੜਕਾਂ ਤਾਂ ਖੈਰ ਹਾਈਵੇ ਬਣ ਚੁੱਕੀਆਂ ਨੇ, ਕਮਰਸ਼ੀਅਲ 에ਅਰਪੋਰਟਸ ਨਹੀਂ ਹੈਗੇ। ਇਹ ਬਿਜ਼ਨਸ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ। ਅਸੀਂ ਇੱਕ ਸਿਚੁਏਸ਼ਨ ਲੈਂਦੇ ਹਾਂ ਕਿ ਵਾਰਿਸ ਪੰਜਾਬ ਵੱਲੋਂ ਜਦੋਂ ਅਜਨਾਲਾ ਦਾ ਪੁਲਿਸ ਸਟੇਸ਼ਨ ਘੇਰਿਆ ਗਿਆ, ਤੇ ਉਧਰੋਂ ਸਾਡੇ ਗਵਰਨਰ ਸਾਹਿਬ ਨੇ ਜੋ ਬਜਟ ਸੈਸ਼ਨ ਹੈ ਉਹਨੂੰ ਸਟਾਪ ਕੀਤਾ। ਇਹ ਵੀ ਘਟਨਾਵਾਂ ਹੋਈਆਂ। ਇਨਵੈਸਟਰਸ ਉਸ ਵੇਲੇ ਕੀ ਸੋਚਣ ਕਿ ਕਿੱਦਾਂ ਪੰਜਾਬ ਦੇ ਅੰਦਰ ਇਨਵੈਸਟ ਕਰੀਏ। ਇਹ ਸਾਰੀ ਸਿਚੁਏਸ਼ਨ ਪੰਜਾਬ ਦੇ ਅੰਦਰ ਪੈਸਾ ਜੇ ਆਏਗਾ ਤਾਂ ਹੀ ਇਹ ਇੰਡਸਟਰੀ ਖੜੀ ਹੋ ਸਕਦੀ, ਤਾਂ ਹੀ ਐਗਰੀਕਲਚਰ ਖੜਾ ਹੋ ਸਕਦਾ, ਤਾਂ ਹੀ ਬਿਜ਼ਨਸ ਦਾ ਕੋਈ ਮੂੰਹ ਮੁਹਾਂਦਰਾ ਨਿਕਲ ਸਕਦਾ ਹੈ, ਜੌਬਸ ਬਣ ਸਕਦੀਆਂ ਨੇ, ਰੋਜ਼ਗਾਰ ਬਣ ਸਕਦਾ ਹੈ। ਇਹ ਸਾਰੀਆਂ ਸਿਚੁਏਸ਼ਨਸ, ਸੈਂਸਿਟਿਵ ਏਰੀਆ ਹੈ, ਬਾਰਡਰ ਏਰੀਆ ਹੈ, ਬਿਜ਼ਨਸ ਵਾਸਤੇ ਕਮਰਸ਼ੀਅਲ ਨਹੀਂ ਹੈ। ਇਹਦੇ ਵਿੱਚ ਜੋ ਅਜਨਾਲਾ ਦੀ ਘਟਨਾ ਹੋਈ ਹੈ, ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਹੈ ਬਜਟ ਸੈਸ਼ਨ ਨੂੰ ਸਟਾਪ ਕਰਨਾ, ਔਰ ਇੱਦਾਂ ਦੀਆਂ तमाम ਘਟਨਾਵਾਂ। ਔਰ ਮਾਨ ਸਾਹਿਬ ਵੀ ਕਈ ਵਾਰ ਗਏ ਨੇ ਦਿੱਲੀ ਔਰ ਫੰਡ ਦੇ ਵਾਸਤੇ ਗੱਲਬਾਤ ਕੀਤੀ ਹੈ, ਪਰ ਕੋਈ ਜਿਸ ਤਰ੍ਹਾਂ ਸਰਕਾਰਾਂ ਕਹਿੰਦੀਆਂ ਨੇ, ਸੀਐਮ ਮਾਨ ਕਹਿੰਦੇ ਨੇ ਕਿ ਕੋਈ ਪੋਜ਼ਿਟਿਵ ਆਨਸਰ ਨਹੀਂ ਜੋ ਅਸੀਂ ਤਵੱਕੋ ਰੱਖਦੇ ਸੀ, ਐਕਸਪੈਕਟ ਕਰਦੇ ਸੀ। ਇਹ ਸਾਰੀ ਸਿਚੁਏਸ਼ਨਸ ਆਪਾਂ ਲਈਏ ਤਾਂ ਪੰਜਾਬ ਦਾ ਸਟੇਟਸ ਕੀ ਹੈ, ਕਿੱਥੇ ਖੜਾ ਹੈ ਪੰਜਾਬ ਅੱਜ, ਜੇ ਤਰੱਕੀ ਦੀ ਗੱਲ ਆਪਾਂ ਕਰਦੇ ਹਾਂ, ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ। ਸੇਖੋ ਸਾਹਿਬ, ਦੇਖੋ ਪੰਜਾਬ ਮੈਂ ਜਿਵੇਂ ਕਿਹਾ ਵੀ ਇਹਦੀ ਢਾਂਚਾਗਤ ਸਮੱਸਿਆ ਬਹੁਤ ਆ, ਇਹ ਸਮੁੰਦਰ ਤੋਂ ਬਹੁਤ ਦੂਰ ਹੈ, ਪੰਜਾਬ ਕੋਲ ਏਰੀਆ ਬਹੁਤ ਥੋੜਾ ਹੈਗਾ। ਜਿਸ ਪੰਜਾਬ ਦੀ ਬਾਉਂਡਰੀ ਨਾਲ ਲੱਗਦੀ ਆ ਉਹ ਬਹੁਤ ਹੋਸਟਾਈਲ ਹੈ। ਤੁਸੀਂ ਦੇਖਿਆ ਹੋਣਾ ਕੱਲ ਐਸਸੀਓ ਦੀ ਮੀਟਿੰਗ ਸੀ, ਔਰ ਕਿਸ ਤਰੀਕੇ ਨਾਲ ਜਿਹੜੇ ਦੋਵਾਂ ਦੇਸ਼ਾਂ ਦੇ ਜਿਹੜੇ ਵਿਦੇਸ਼ ਮੰਤਰੀ ਸੀ ਉਹਨਾਂ ਦੀ ਬਿਟਰਨੈਸ ਸਾਹਮਣੇ ਆਈ ਉਹਦੇ ਵਿੱਚੋਂ। ਜਿਹੜਾ ਥੋੜਾ ਬਹੁਤਾ ਟ੍ਰੇਡ ਚੱਲਦਾ ਸੀਗਾ ਉਹ ਟ੍ਰੇਡ ਬਿਲਕੁਲ ਅਸੀਂ ਬੰਦ ਕਰਕੇ ਬੈਠੇ ਹਾਂ। ਪੰਜਾਬ ਲੈਂਡ ਲੌਕ ਸਟੇਟ ਹੈਗੀ ਆ, ਔਰ ਇਹਦੇ ਵਿੱਚ ਜਿਹੜੀ ਥੋੜੀ ਬਹੁਤੀ ਇੰਡਸਟਰੀ ਸੀ, ਕਿਉਂਕਿ ਗਲੋਬਲਾਈਜੇਸ਼ਨ ਆ ਗਈ 90s ਤੋਂ ਬਾਅਦ, ਉਹਦਾ ਕੰਪੀਟੀਸ਼ਨ ਆਲ ਇੰਡੀਆ ਲੈਵਲ ਤੇ ਵੀ ਹੈਗਾ ਵਾ, ਇੰਟਰਨੈਸ਼ਨਲ ਲੈਵਲ ਤੇ ਵੀ ਹੈਗਾ, ਉਹਦੀ ਵਾਇਬਿਲਿਟੀ ਉਸ ਤਰੀਕੇ ਦੇ ਨਾਲ ਨਹੀਂ ਬਣਦੀ। ਪੰਜਾਬ ਦੇ ਵਿੱਚ ਇੱਕ ਹੀ ਇੰਡਸਟਰੀ ਜਿਹੜੀ ਅਸੀਂ ਡਿਵੈਲਪ ਕਰ ਸਕਦੇ ਸੀਗੇ ਉਹ ਸੀ ਆਈਟੀ ਇੰਡਸਟਰੀ, ਜਿਹੜੀ ਕਿ ਖਾਸ ਕਰਕੇ ਉਹਦੇ ਵਾਸਤੇ ਸਾਡੇ ਕੋਲ ਜਗ੍ਹਾ ਬਹੁਤ ਸੋਹਣੀ ਸੀ, ਸਵਾਲਕ ਦੀਆਂ ਪਹਾੜੀਆਂ ਦੇ ਵਿੱਚ, ਚੰਡੀਗੜ੍ਹ ਦੇ ਆਲੇ ਦੁਆਲੇ, ਮੋਹਾਲੀ ਸੀਗਾ, ਇਹ ਸਾਰਾ ਪਾਸਾ ਸੀਗਾ। ਪਰ ਅਨਫੋਰਚੂਨੇਟ ਪਾਰਟ ਹੈਗਾ ਕਿ ਜਿਹੜੀ ਲੀਡਰਸ਼ਿਪ ਸਾਡੀ ਰਹੀ ਆ ਉਹ ਫਿਊਡਲ ਮਾਈਂਡਸੈਟ ਵਾਲੀ ਹੈ। ਉਹਨਾਂ ਦੀ ਆਈਟੀ ਕਿਸੇ ਇਮੈਜੀਨੇਸ਼ਨ 'ਚ ਨਹੀਂ ਪੈਂਦੀ, ਉਹਨਾਂ ਦੀ ਜਾਂ ਤਾਂ ਰੀਅਲ ਸਟੇਟ ਬਹੁਤਾ ਕੰਮ ਕਰਦੀ ਆ, ਜਾਂ ਉਹਨਾਂ ਦਾ ਕਬਜ਼ੇ ਜਿਹੜੇ ਉੱਥੇ ਜ਼ਮੀਨਾਂ ਦੇ ਉੱਤੇ ਉਹ ਕੰਮ ਕਰਦੇ ਆ, ਤੇ ਇਸ ਕਰਕੇ ਉਹ ਅਸੀਂ ਉਸ ਪਾਸੇ ਤੋਂ ਪਿੱਛੇ ਰਹਿ ਗਏ। ਦੂਸਰਾ ਸੀ, ਤੁਸੀਂ ਕਹਿੰਦੇ ਇਨਵੈਸਟਮੈਂਟ ਦੀ ਗੱਲ ਆ, ਮੇਰੇ ਖਿਆਲ ਇਹਦੇ ਬਾਰੇ ਸਾਨੂੰ ਹੋਰ ਸੋਚਣਾ ਪਊਗਾ। ਪੰਜਾਬ ਦੇ ਵਿੱਚ ਜੇ ਕੋਆਪਰੇਟਿਵ ਸਿਸਟਮ ਨੂੰ ਜ਼ਿਆਦਾ ਸਟਰੈਂਥਨ ਕਰਤਾ ਜਾਵੇ, ਸਾਡੇ ਕੋਲ ਕੋਆਪਰੇਟਿਵ ਸੁਸਾਇਟੀਜ਼ ਹੈਗੀਆਂ, ਸਾਡੇ ਕੋਲ ਅਸੀਂ ਗੰਨਾ ਬੀਜ ਕੇ ਸ਼ੂਗਰ ਮਿਲ ਜਿਹੜੀਆਂ ਹੈਗੀਆਂ ਉਹਨਾਂ ਨੂੰ ਅੱਗੇ ਲਿਜਾ ਸਕਦੇ ਹਾਂ। ਅਸੀਂ 50% ਜਿਹੜਾ ਹੈਗਾ ਸਾਡੀ ਫੂਡ ਗ੍ਰੇਨ ਹੈਗੀ ਆ ਉਹ ਸੈਂਟਰਲ ਪੂਲ ਦੇ ਵਿੱਚ ਅਸੀਂ ਦਿੰਦੇ ਹਾਂ। ਇਸ ਦੇਸ਼ ਦੀ ਰਾਜਨੀਤਿਕ ਸਥਿਰਤਾ, ਆਰਥਿਕ ਗਰੋਥ ਇਸ ਕਰਕੇ ਹੈ ਕਿ ਇਹ ਦੇਸ਼ ਦੇ ਲੋਕਾਂ ਦੇ ਕੋਲ ਖਾਣ ਲਈ ਦਾਣੇ ਹਨ। ਤੁਸੀਂ ਜਸਟ ਇਮੈਜਿਨ ਕਰੋ ਕਿ ਜੇ ਇੰਡੀਆ ਬਾਹਰੋਂ ਕੋਈ ਚੀਜ਼ ਇੰਪੋਰਟ ਕਰਨੀ ਸ਼ੁਰੂ ਕਰਦੇ, ਦਾਣੇ ਇੰਪੋਰਟ ਕਰਨਾ ਸ਼ੁਰੂ ਕਰਦੇ, ਤੇ ਇੱਥੇ ਮੈਨੂੰ ਲੱਗਦਾ ਵੀ ਪਾਕਿਸਤਾਨ ਤੋਂ ਵੀ ਵਰਸਟ ਹਾਲਤ ਹੋ ਸਕਦੀ। ਅਨਫੋਰਚੂਨੇਟ ਪਾਰਟ ਇਹ ਹੈਗਾ ਕਿ ਪਿਛਲੇ 60 ਸਾਲਾਂ ਦੇ ਵਿੱਚ ਜਾਂ 65 ਸਾਲਾਂ ਦੇ 55 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਸਿਰਫ ਆਪਣੇ ਕੋਲੋਂ ਕਣਕ ਖਰੀਦ ਕੇ, ਝੋਨਾ ਖਰੀਦ ਕੇ, ਜਿਹੜਾ 60-70 ਹਜ਼ਾਰ ਕਰੋੜ ਰੁਪਇਆ ਚਾਹੀਦਾ ਸੀ, ਆਪਣੇ ਗੋਦਾਮ ਇਹਦੇ ਕੋਲ ਸੀ, ਉਹਨਾਂ 'ਚ ਰੱਖ ਕੇ ਜਿਹੜਾ ਸੀ ਉਹ ਵੇਚ ਸਕਦੀ ਸੀਗੀ, ਜਾਂ ਅੱਗੇ ਦੇ ਸਕਦੀ ਸੀਗੀ, ਜਾਂ ਆਪਣੀ ਜਿਹੜੀ ਬਾਰਗੇਨਿੰਗ ਪੋਜੀਸ਼ਨ ਜਿਹੜੀ ਆ ਉਹ ਡਿਵੈਲਪ ਕਰ ਸਕਦੀ ਸੀ। ਦੂਸਰੀ ਗੱਲ, ਤੁਸੀਂ ਕਿਹਾ ਕਿ ਬਾਰਡਰ ਸਟੇਟ ਹੈਗਾ, ਪਰ ਸਾਡਾ ਬਾਰਡਰ ਦੇ ਵਿੱਚ ਤੁਸੀਂ ਕਿਹਾ ਲਾਸਟ ਇੰਚ ਤੱਕ, ਮੈਂ ਬਾਰਡਰ ਦੇ ਉੱਤੇ 2 ਪ੍ਰੋਜੈਕਟ ਕੀਤੇ ਆ। ਇੱਕ ਪ੍ਰੋਜੈਕਟ ਮੇਰਾ ਇਹ ਸੀਗਾ ਕਿ ਜਿਹੜੇ ਜਦੋਂ 47 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਸੀ, ਪਿੰਡ ਜਿਹੜੇ ਸੀ ਉਹ ਵੰਡੇ ਗਏ ਸੀਗੇ। ਤਰਨਤਾਰਨ ਦੇ ਬਹੁਤ ਸਾਰੇ ਪਿੰਡ ਜਾਂ ਲਾਹੌਰ ਜਿਹੜੇ ਦੇ ਵਿੱਚ ਜਿਹੜੇ ਆਉਂਦੇ ਸੀ, ਸੁਰਸਿੱਖ ਤੋਂ ਪਰਲੇ ਪਾਸੇ ਵਾਲੇ ਸਾਰੇ ਪਿੰਡ ਲਾਹੌਰ ਦੇ ਵਿੱਚ ਸੀਗੇ।
279 ਵਿਲੇजेस ਸੀਗੇ ਜ਼ੀਰੋ ਲਾਈਨ ਦੇ ਉਸ ਸਮੇਂ ਦੇ ਵਿੱਚ। ਪਾਰਟੀਸ਼ਨ ਤੋਂ ਪਹਿਲਾਂ ਸਾਡਾ ਜਿਹੜਾ ਬਾਰਡਰ ਬੈਲਟ ਸੀ ਇਹ ਸਭ ਤੋਂ ਜ਼ਿਆਦਾ ਡਿਵੈਲਪ ਸੀ, ਕਿਉਂਕਿ ਕਨੈਕਟੀਵਿਟੀ ਬਹੁਤ ਸੀ, ਲਾਹੌਰ ਦੇ ਨਾਲ ਸੀ, ਅੰਮ੍ਰਿਤਸਰ ਦੇ ਨਾਲ ਸੀ, ਫਿਰੋਜ਼ਪੁਰ ਦੇ ਨਾਲ ਸੀਗਾ, ਗੁਰਦਾਸਪੁਰ ਨਾਲ ਸੀਗਾ। ਹੌਲੀ ਹੌਲੀ ਉਹ ਗਿਣਤੀ ਜਿਹੜੀ ਹੈਗੀ ਆ 221 ਰਹਿ ਗਈ, 58 ਪਿੰਡ ਜਿਹੜੇ ਆ ਉਹ ਜਿਹੜੇ ਬਿਲਕੁਲ ਡਿਸਪੀਅਰ ਹੋ ਗਏ। ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਨਾ ਤਾਂ ਪੰਜਾਬ ਸਰਕਾਰ ਦਾ ਨਾ ਕੇਂਦਰ ਸਰਕਾਰ ਦਾ ਪੰਜਾਬ ਦੇ ਵਿੱਚ ਬਾਰਡਰ ਬੈਲਟ ਦੇ ਵਿੱਚ ਰਹਿਣ ਵਾਲੇ ਲੋਕਾਂ ਪ੍ਰਤੀ ਕੋਈ ਏਜੰਡਾ ਨਹੀਂ ਸੀ। ਸਿਰਫ ਏਜੰਡਾ ਸੀਗਾ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਕਿੱਦਾਂ ਤਕੜੀਆਂ ਕਰਨੀਆਂ, ਉੱਥੇ ਫੈਂਸਿੰਗ ਕਿੱਦਾਂ ਕਰਨੀ ਆ, ਉੱਥੇ ਫੌਜਾਂ ਕਿੱਦਾਂ ਲਾਉਣੀਆਂ ਵਾ, ਉੱਥੇ ਸਾਰਾ ਕੁਝ ਕਿੱਦਾਂ ਕਰਨਾ। ਦੂਸਰੀ ਗੱਲ ਕਹੀ ਕਿ ਅੰਮ੍ਰਿਤਪਾਲ ਦਾ ਜਿਹੜਾ ਇੱਥੇ ਆਉਣਾ ਵਾ, ਮੈਨੂੰ ਤਾਂ ਲੱਗਦਾ ਬਹੁਤ ਸਕ੍ਰਿਪਟਡ ਕਿਸਮ ਦਾ ਜਿਹੜਾ ਸਾਰਾ ਜਿਹੜਾ ਸਟੋਰੀ ਸੀਗੀ ਕਿ ਕਿਸ ਤਰੀਕੇ ਨਾਲ ਇੱਕ ਪਰਸਨ ਨੂੰ ਲਾਰਜਰ ਦੈਨ ਸਾਈਜ਼ ਬਣਾਇਆ ਜਾਂਦਾ ਵਾ। ਮੈਂ ਵੀ ਕਈ ਵਾਰੀ ਸੋਚਦਾ ਕਿ ਕਿਉਂਕਿ ਇਹ ਜਿਹੜੀ ਵਾਰਿਸ ਪੰਜਾਬ ਵਾਲੀ ਜਥੇਬੰਦੀ ਸੀ ਇਹ ਕਿਸਾਨ ਅੰਦੋਲਨ ਦੇ ਵਿੱਚ ਹੀ ਉੱਠੀ ਸੀ। ਜਦੋਂ ਕਾਰਪੋਰੇਟ ਕਿਸਾਨ ਤੇ ਸਿੱਖ ਕਿਸਾਨਾਂ ਦੀ ਗੱਲ ਜਿਹੜੀ ਸੀਗੀ ਉਹਨੂੰ ਸ਼ੁਰੂ ਕੀਤੀ ਸੀ, ਔਰ ਉਹਨੂੰ ਸ਼ੁਰੂ ਕਰਨ ਵਾਲੇ ਬਾਰੇ ਆਪਾਂ ਬਹੁਤ ਚੰਗੀ ਤਰ੍ਹਾਂ ਜਾਣਦੇ, ਉਹ ਹੈ ਕੌਣ ਸੀਗਾ, ਉਹ ਕਿੱਥੋਂ ਆਇਆ, ਕਿਸ ਕਿਸਮ ਦਾ 26 ਜਨਵਰੀ ਦਾ ਜਿਹੜਾ ਸੀਗਾ ਉਹ ਸਾਰਾ ਇੰਸਟੈਂਸ ਹੋਇਆ ਐਂਡ ਸੋ ਐਂਡ ਸੋ ਫੋਰ। ਇਹ ਉਹਦੀ ਕੰਟੀਨਿਊਟੀ ਹੈਗੀ ਆ। ਔਰ ਇਸ ਕੰਟੀਨਿਊਟੀ ਤੁਸੀਂ ਦੇਖੋ ਕਿ ਉਹ ਵਿਅਕਤੀ ਕਿੰਨਾ ਲੰਮਾ ਸਮਾਂ ਅਜਨਾਲਾ ਤੋਂ ਪਹਿਲਾਂ ਉਹ ਸੈਂਟਰ ਗਵਰਨਮੈਂਟ ਦੇ ਖਿਲਾਫ ਵੀ ਬੋਲਦਾ ਰਿਹਾ, ਉਹਨੇ ਪਾਸਪੋਰਟ ਬਾਰੇ ਵੀ ਬੋਲੇ, ਉਹਨੇ ਆਪਣੀ ਨਾਗਰਿਕਤਾ ਬਾਰੇ ਕਿੱਦਾਂ ਦੇ ਸਵਾਲ ਕੀਤੇ, ਉਹਨੇ ਹੋਰ ਕੀਤੇ, ਕਿਸੇ ਨੇ ਉਹਨੂੰ ਕੁਛ ਨਹੀਂ ਕਿਹਾ। ਔਰ ਮੈਨੂੰ ਲੱਗਦਾ ਕਿ ਉਹਦੇ ਜਿਹੜੇ ਗਾਈਡ ਵੀ ਹੋਣਗੇ ਉਹਨਾਂ ਨੇ ਉਹਨੂੰ ਕਿੰਨਾ ਵਧੀਆ ਗਾਈਡ ਕੀਤਾ ਹੋਵੇ। ਉਹਨੇ ਆਪਣਾ ਸਾਰਾ ਮਿਊਨੀਸ਼ਨ ਜਿਹੜਾ ਸੀਗਾ ਅਜਨਾਲੇ ਦੇ ਵਿੱਚ ਇੱਕ ਵਿਅਕਤੀ ਨੂੰ ਛਡਾਉਣ ਵਾਸਤੇ ਉਹ ਲੈ ਗਿਆ, ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲੈ ਗਿਆ। ਇਹ ਤਾਂ ਮੈਂ ਪੁਲਿਸ ਦੀ ਦਾਤ ਦੇਣੀ ਚਾਹੀਦੀ ਆ, ਪੁਲਿਸ ਆਫੀਸਰ ਦੀ ਦਾਤ ਦੇਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਬਹੁਤ ਸਮਝਦਾਰੀ ਦੇ ਨਾਲ ਜਿਹੜਾ ਹੈਗਾ ਸੀ ਉਹਨੂੰ ਆਪਣੇ ਸਿਰ ਤੇ ਸੱਟਾਂ ਲਵਾ ਕੇ ਉਹਨੂੰ ਟੈਕਲ ਕੀਤਾ। ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣ ਦਾ ਮਕਸਦ ਜਿਹੜਾ ਹੈਗਾ ਸੀਗਾ, ਜੇ ਖੁਦਾ ਨਾ ਖਾਸਤਾ ਕੋਈ ਥੋੜਾ ਬਹੁਤਾ ਸ਼ਰਾਰਤ ਉੱਥੇ ਹੋ ਜਾਂਦੀ, ਸਾਡੇ ਲਈ ਸਮੱਸਿਆ ਵੱਧ ਸਕਦੀ ਸੀ ਜੀ। ਉਸ ਤੋਂ ਬਾਅਦ ਸਾਰੀ ਜਿਹੜੀ ਪਾਪੂਲੈਰਿਟੀ ਸੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਗਈ। ਪੰਜਾਬ ਦੇ ਵਿੱਚ ਇਦਾਂ ਦਾ ਐਲੀਮੈਂਟ ਹੈਗਾ ਵਾ ਕਿਤੇ ਨਾ ਕਿਤੇ, ਖਾਸ ਕਰਕੇ ਡਾਇਸਪੋਰਿਕ ਤੁਹਾਡੀ ਜਿਹੜੀ ਸਪੋਰਟ ਬਹੁਤ ਜ਼ਿਆਦੀ ਆ। ਉਹ ਇਸ ਕੰਮ ਲਈ ਪਤਾ ਨਹੀਂ ਕਿਉਂ ਉੱਥੇ ਲੱਗਦਾ ਉਹਨਾਂ ਨੂੰ ਵੀ ਇੱਥੇ ਜਿਹੜਾ ਅਸੀਂ ਕੀ ਕਰ ਦੇਣਾ ਵਾ। ਸੋ ਮੇਰਾ ਫਿਰ ਗਵਰਨਰ ਸਾਹਿਬ ਆ ਜਾਂਦੇ ਆ। ਗਵਰਨਰ ਸਾਹਿਬ ਇਹ ਜਿਹੜੀ ਨਸ਼ੇ ਦੀ ਪ੍ਰੋਬਲਮ ਹੈਗੀ ਆ ਜਾਂ ਸਮਗਲਿੰਗ ਦੀ ਪ੍ਰੋਬਲਮ, ਇਹ ਅੱਜ ਦੀ ਨਹੀਂ ਹੈ। ਅਕਾਲੀ ਦਲ ਬੀਜੇਪੀ ਦੀ ਭਾਈਵਾਲੀ 1997 ਤੋਂ ਰਹੀ ਆ। 15 ਸਾਲ ਅਕਾਲੀ ਦਲ ਜਿਹੜਾ ਸੀਗਾ ਬੀਜੇਪੀ ਉਹਦੀ ਭਾਈਵਾਲ ਰਹੀ ਸੀਗੀ। ਇਹ ਨਸ਼ੇ ਉਦੋਂ ਵੀ ਸੀਗੇ, ਅੱਜ ਤੋਂ 15 ਸਾਲ ਪਹਿਲਾਂ ਨਸ਼ਿਆਂ ਦੀ ਸਮੱਸਿਆ ਜਿਹੜੀ ਸਭ ਤੋਂ ਸਾਹਮਣੇ ਆਈ, ਭਾਵੇਂ ਕਿ ਨਸ਼ਿਆਂ ਦੀ ਸਮੱਸਿਆ ਜਿਹੜੀ ਹੈਗੀ ਸੀ 90 ਚ ਆ ਗਈ ਸੀਗੀ, ਉਦੋਂ ਇਹ ਭਾਈਵਾਲ ਸੀਗੇ। ਗਵਰਨਰ ਸਾਹਿਬ ਨੇ ਵੀ ਸ਼ੁਰੂ ਕਰ ਦਿੱਤਾ ਆਪਣਾ ਇਹ ਕੰਮ ਕਰਨਾ। ਮੈਨੂੰ ਲੱਗਦਾ ਕਿ ਉਹ ਠੀਕ ਆ, ਉਹਨਾਂ ਦਾ ਰਾਈਟ ਹੋ ਸਕਦਾ ਐਜ਼ ਏ ਹੈਡ ਆਫ ਸਟੇਟ, ਪਰ ਕਾਫੀ ਹੱਦ ਤੱਕ ਅੱਗੇ ਲੰਘ ਗਏ। ਉਹਨਾਂ ਦੀ ਸਟੇਟਮੈਂਟ ਪੋਲੀਟੀਕਲ ਸੀਗੀਆਂ, ਕਲਰਡ ਸੀਗੀਆਂ, ਸ਼ਾਇਦ ਮਾਨ ਲਈ ਇੰਵੈਸਟਮੈਂਟ ਕਰਨ ਦੀ ਲੋੜ ਸੀਗੀ। ਹੁਣ ਕੁਐਸਚਨ ਮਾਨ ਸਰਕਾਰ ਤੇ ਆ, ਇਸ ਸਰਕਾਰ ਨੂੰ ਲੋਕਾਂ ਨੇ ਪੰਜਾਬ ਵਾਸਤੇ ਚੁਣਿਆ ਤੇ ਜੇ ਮਾਨ ਸਾਹਿਬ ਜਿਹੜੇ ਹੈਗੇ ਆ ਸਿਰਫ ਇਸ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ 'ਚ ਤੁਲੇ ਆ, ਪੰਜਾਬ ਦੇ ਲੋਕ ਕਦੀ ਵੀ ਦਿੱਲੀ ਦਰਬਾਰ ਦੀ ਜਿਹੜੀ ਖਾਸ ਕਰਕੇ ਜਿਹੜੀ ਬੇਵਜ੍ਹਾ ਜਿਹੜੀ ਡੋਮੀਨੈਂਸ ਹੁੰਦੀ ਉਹਨੂੰ ਐਕਸੈਪਟ ਨਹੀਂ ਕਰਦੀ। ਚਾਹੇ ਉਹ ਇੰਦਰਾ ਗਾਂਧੀ ਦੀ ਸਰਕਾਰ ਸੀਗੀ, ਚਾਹੇ ਮੌਜੂਦਾ ਸਰਕਾਰ ਵਾ, ਚਾਹੇ ਪੰਜਾਬ ਦੇ ਲੋਕਾਂ ਵਾਸਤੇ ਕੇਜਰੀਵਾਲ ਦਿੱਲੀ ਦਰਬਾਰ ਹੈਗਾ। ਤੇ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਇਹ ਸਰਕਾਰ ਦੀ ਹੈਗੀ ਆ, ਜਿਹਦੇ 92 ਲੋਕ ਚੁਣੇ ਗਏ ਆ, ਕਿ ਜਿਹੜੇ ਮਸਲੇ ਹੈਗੇ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ, ਚਾਹੇ ਉਹ ਧਾਰਮਿਕ ਤੌਰ ਤੇ ਮਸਲੇ ਹੈ, ਚਾਹੇ ਰਾਜਨੀਤਿਕ ਇਸ਼ੂ ਆ, ਜਾਂ ਸਮਾਜਿਕ ਆ, ਜਾਂ ਆਰਥਿਕ ਹੈਗੇ ਆ। ਪੰਜਾਬ ਬਾਉਂਸ ਬੈਕ ਕਰੂਗਾ। ਪੰਜਾਬ ਦਾ ਇਤਿਹਾਸ ਹੈਗਾ, ਪੰਜਾਬ ਬਹੁਤ ਵਾਰੀ ਰਗੜਿਆ ਗਿਆ, ਮਲਿਆ ਮੇਟ ਹੋਇਆ, ਸਭ ਕੁਝ ਹੋਇਆ, ਪਰ ਫਿਰ ਪੰਜਾਬ ਦੇ ਵਿੱਚੋਂ ਜਿਹੜਾ ਹੈਗਾ ਆਊਟ ਆਫ ਐਸ਼ਸ ਦੇ ਵਿੱਚੋਂ ਵੀ ਜਿਹੜਾ ਹੈਗਾ ਇਹ ਇਵੋਲਵ ਹੁੰਦਾ। ਪਰ ਉਹਦੇ ਲਈ ਲੋਕ ਜਿਹੜੇ ਆ ਜੇ ਉਹ ਇਕੱਠੇ ਹੋ ਕੇ ਧਿਰ ਬਣਦੇ ਆ ਔਰ ਟਾਈਮ ਸਿਰ ਬਣਦੇ ਆ, ਤੇ ਫਿਰ ਮੈਨੂੰ ਲੱਗਦਾ ਕਿ ਪੰਜਾਬ ਫਿਰ ਆਪਣੇ ਪੁਰਾਣੇ ਰੰਗ ਰੂਪ ਵਿੱਚ। ਹਾਂ, ਸਰਕਾਰਾਂ ਦੀ ਜ਼ਿੰਮੇਵਾਰੀ ਜ਼ਰੂਰ ਹੈਗੀ ਆ, ਸਰਕਾਰਾਂ ਨੇ ਲੋਕਾਂ ਦੀ ਬਾਂਹ ਫੜਨੀ ਹੁੰਦੀ ਆ। ਸਰਕਾਰ ਆਪਣੇ ਤੌਰ ਤੇ ਕੁਝ ਨਹੀਂ ਕਰ ਸਕਦੀ, ਜੇ ਲੋਕ ਨਾਲ ਹੋਣ ਤਾਂ ਰੰਗਲਾ ਪੰਜਾਬ ਵੀ ਬਣ ਸਕਦਾ ਵਾ, ਸੋਹਣਾ ਪੰਜਾਬ ਵੀ ਬਣ ਸਕਦਾ, ਜਾਂ ਪੰਜਾਬ ਉਹ ਜਿਹੜਾ ਜਿੱਥੇ ਲੋਕਾਂ ਦਾ ਦਿਲ ਲੱਗੇ ਉਹ ਵੀ ਬਣ ਸਕਦਾ। ਬਿਲਕੁਲ, ਐਸ਼ਜ਼ ਵਿੱਚੋਂ ਪੈਦਾ ਹੁੰਦਾ ਹੈ ਉਹ ਜੋ ਫੀਨਿਕਸ ਇੱਕ ਪੰਛੀ ਹੈ, ਉਹ ਆਪਣੀ ਸੁਆਹ ਦੇ ਵਿੱਚੋਂ ਹੀ ਫਿਰ ਜਨਮ ਲੈਂਦਾ ਹੈ। ਇਸ ਪੰਛੀ ਦੀ ਵੀ ਜ਼ਿਕਰ ਕਰਦੇ ਹਾਂ ਆਪਾਂ। ਫੀਨਿਕਸ ਦੀ ਬੜੀ ਪਿਆਰੀ ਐਗਜ਼ਾਮਪਲ ਤੁਸੀਂ ਦਿੱਤੀ, ਐਸ਼ਜ਼ ਵਿੱਚੋਂ ਪੈਦਾ ਹੋਣਾ। ਸੋ ਤੁਸੀਂ ਆਪਣੀ ਸਾਰੀ ਗੱਲਬਾਤ ਦੇ ਵਿੱਚ ਪੋਲੀਟੀਕਲ ਵਿਜ਼ਨ ਦੀ ਗੱਲ ਕੀਤੀ ਹੈ, ਪੋਲੀਟੀਕਲ ਵਿਲ ਦੀ ਗੱਲ ਕੀਤੀ ਹੈ, ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕੀਤੀ ਹੈ। ਇਹ ਲੀਡਰਸ, ਇਹ ਸਿਆਸਤ ਦੇਸ਼ ਨੂੰ, ਸੂਬਿਆਂ ਨੂੰ ਕਿੱਧਰ ਲੈ ਕੇ ਜਾਂਦੇ ਨੇ ਆਪਣੇ ਪੋਲੀਟੀਕਲ ਮਕਸਦ ਵਾਸਤੇ, ਤੁਸੀਂ ਇਹਦੀ ਗੱਲ ਕੀਤੀ ਹੈ, ਜਿਹਦੇ ਵਿੱਚ ਲੋਕਾਂ ਦੀ ਭਲਾਈ, ਸੂਬੇ ਦੀ ਭਲਾਈ ਇਹ ਕਿਤੇ ਨਜ਼ਰ ਅੰਦਾਜ਼ ਹੋ ਜਾਂਦੀ। ਉਹਦੇ ਵੱਲ ਧਿਆਨ ਹੀ ਨਹੀਂ ਹੁੰਦਾ ਕਿ ਲੋਕਾਂ ਦੀ ਭਲਾਈ ਕਾਹਦੇ ਵਿੱਚ ਹੈ, ਸੂਬੇ ਦੀ, ਦੇਸ਼ ਦੀ ਭਲਾਈ ਕਿਹਦੇ ਵਿੱਚ ਹੈ। ਸਿਰਫ ਆਪਣਾ ਪੋਲੀਟੀਕਲ ਮੋਟਿਵ, ਆਪਣੀ ਪੋਲੀਟੀਕਲ ਭਲਾਈ ਦੇਖੀ ਜਾਂਦੀ ਹੈ। ਸੋ ਇੱਕ ਲਾਸਟ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਦਾ, ਇਹ ਪੋਲੀਟੀਕਲ ਵਿਜ਼ਨ, ਕਿਉਂਕਿ ਆਪਾਂ ਸੰਘੀ ਢਾਂਚੇ ਦੀ ਗੱਲ ਕੀਤੀ ਹੈ, ਕੌਨਸਟੀਟਿਊਸ਼ਨ ਦੀ ਗੱਲ ਕੀਤੀ, ਫੈਡਰਲ ਸਟਰਕਚਰ ਦੀ ਗੱਲ ਕੀਤੀ, ਆਪਾਂ ਇਹ ਵੀ ਦੇਖਿਆ ਹੈ ਕਿ
ਜਨਤਾ ਨੇ ਕਿਸੇ ਪਾਰਟੀ ਨੂੰ ਚੁਣ ਕੇ ਸਰਕਾਰ ਬਣਾ ਦਿੱਤੀ ਤੇ ਜਿਹੜੇ ਪਾਵਰਫੁਲ ਬੈਠੇ ਹੋਏ ਨੇ ਉਹਨਾਂ ਨੇ ਉਹ ਸਰਕਾਰ ਤੋੜ ਦਿੱਤੀ। ਹਾਰਸ ਟ੍ਰੇਡਿੰਗ, ਖਰੀਦੋ ਫਰੋਖਤ ਕਰਕੇ ਉਸ ਸੂਬੇ ਦੀ ਸਰਕਾਰ ਤੋੜ ਕੇ ਉੱਥੇ ਆਪਣੀ ਸਰਕਾਰ ਬਣਾ ਲਈ। ਤੇ ਫਿਰ ਲੋਕਾਂ ਦੀ ਦਿੱਤੀ ਹੋਈ ਜਿਹੜੀ ਆਵਾਜ਼ ਹੈ, ਮੈਂਡੇਟ ਹੈ, ਲੋਕਾਂ ਦੀ ਮਰਜ਼ੀ, ਲੋਕਾਂ ਦੀ ਵੋਟਿੰਗ ਦੀ ਪਾਵਰ, ਉਹਦਾ ਕੀ ਮਤਲਬ ਰਹਿ ਜਾਂਦਾ ਹੈ? ਸੇਖੋ ਸਾਹਿਬ, ਪੰਜਾਬ ਦੇ ਕੰਟੈਕਸਟ ਗੱਲ ਕਰਦੇ ਤੁਸੀਂ? ਮੈਂ ਪੂਰੇ ਇੰਡੀਆ ਦੇ ਕੰਟੈਕਸਟ ਦੇ ਵਿੱਚ ਗੱਲ ਕਰਦਾ ਪਿਆ ਕਿ ਡੈਮੋਕ੍ਰੇਸੀ ਕਿੱਥੇ ਸਟੈਂਡ ਕਰਦੀ ਹੈ। ਅਸਲ 'ਚ ਡੈਮੋਕ੍ਰੇਸੀ ਦੇ ਅਸੀਂ ਇੱਕ ਸਵਾਲ ਅਸੀਂ ਪ੍ਰੋਜੈਕਟ ਕੀਤਾ ਸੀਗਾ ਤੇ ਅਸੀਂ ਆਲ ਇੰਡੀਆ ਲੈਵਲ ਤੇ ਲੋਕਾਂ ਨੂੰ ਇਹੀ ਸਵਾਲ ਪੁੱਛਿਆ ਸੀ ਉਹਨਾਂ ਦੀ ਬੋਲੀ ਦੇ ਵਿੱਚ ਕਿ ਜਿੱਦਾਂ ਪੰਜਾਬ 'ਚ ਲੋਕਤੰਤਰ ਤੋਂ ਤੁਹਾਡਾ ਕੀ ਭਾਵ ਹੈ, ਜੰਮੂ ਕਸ਼ਮੀਰ 'ਚ ਪੁੱਛਿਆ ਜਮਹੂਰੀਅਤ ਤੋਂ ਕੀ ਭਾਵ ਹੈ। ਇੱਕ ਤਾਂ ਜਿਹੜੀ ਡੈਫੀਨੇਸ਼ਨ ਬਣੀ ਬਣਾਈ ਹੈਗੀ ਡੈਫੀਨੇਸ਼ਨ ਕਿ ਆਫ ਦਾ ਗਵਰਨਮੈਂਟ ਆਫ ਦਾ ਪੀਪਲ ਫਾਰ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ, ਉਹਨੂੰ ਲਾਂਭੇ ਛੱਡ ਕੇ ਇਸ ਦੇਸ਼ ਦੇ ਲੋਕਾਂ ਨੇ ਸਾਨੂੰ 100 ਜਵਾਬ ਦਿੱਤਾ ਸੀ ਜਿਹੜੀ ਉਹਨਾਂ ਦੇ ਹਿਸਾਬ ਨਾਲ ਡੈਮੋਕ੍ਰੇਸੀ। ਹਰ ਵਿਅਕਤੀ ਦੀ ਆਪਣੇ ਇੱਕ ਉਹਦਾ ਆਈਡੀਆ ਹੈਗਾ ਆਫ ਡੈਮੋਕ੍ਰੇਸੀ। ਜੇ ਕੋਈ ਬੰਦਾ ਨੌਨ ਲਿਟਰੇਟ ਹੈਗਾ ਉਹ ਕਹਿੰਦਾ ਪੜ੍ਹਾਈ ਡੈਮੋਕ੍ਰੇਸੀ ਹੈ। ਜਿਹੜਾ ਬੰਦਾ ਬੇਰੁਜ਼ਗਾਰ ਹੈਗਾ ਉਹਨੂੰ ਲੱਗਦਾ ਕਿ ਜੇ ਮੈਨੂੰ ਰੁਜ਼ਗਾਰ ਮਿਲ ਜੇ ਮੇਰੀ ਉਹ ਡੈਮੋਕ੍ਰੇਸੀ ਆ। ਰੋਟੀ ਕੱਪੜੇ ਵਾਲੀ ਗੱਲ ਹੈਗੀ ਉਹ ਡੈਮੋਕ੍ਰੇਸੀ ਆ। ਲਾ ਐਂਡ ਆਰਡਰ ਜਿਹੜਾ ਹੈਗਾ ਉਹ ਡੈਮੋਕ੍ਰੇਸੀ ਆ। ਇਹ ਇੰਡੀਆ ਦੀ ਡੈਮੋਕ੍ਰੇਸੀ ਦੀ ਇੰਨੀ ਡਿਵਰਸ ਹੈਗੀ ਆ। ਇੰਡੀਆ ਦੀ ਡੈਮੋਕ੍ਰੇਸੀ ਦੀ ਜਿਹੜੀ ਡੈਫੀਨੇਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਡਾਈਵਰਸ ਹੈਗੀ ਆ। ਪਰ ਇਹਦੇ ਨਾਲ ਅਸੀਂ ਦੇਖਿਆ ਕਿ ਪਿਛਲੇ 75 ਸਾਲ ਦੇ ਵਿੱਚ ਸਾਡਾ ਬਹੁਤ ਗੁੱਡ ਲੱਕ ਰਿਹਾ ਕਿ ਖਾਸ ਕਰਕੇ ਨਹਿਰੂ ਸਾਹਿਬ ਦੇ ਸਮੇਂ ਤੱਕ ਜਿਹੜੇ ਸਾਡੇ ਕੋਲ ਸਟੇਟਸਮੈਨ ਸੀਗੇ ਜਿਨ੍ਹਾਂ ਨੇ ਜਿੱਦਾਂ ਸੰਵਿਧਾਨ ਦੀ ਤੁਸੀਂ ਗੱਲ ਕੀਤੀ, ਬੀ ਆਰ ਅੰਬੇਦਕਰ ਸਾਹਿਬ ਸੀਗੇ ਜਾਂ ਉਹ ਤੋਂ ਹੋਰ ਬਹੁਤ ਜਿਹੜੀ ਕਾਂਸਟੀਟਿਊਟ ਅਸੈਂਬਲੀ ਸੀਗੀ, ਕਿੱਦਾਂ ਦਾ ਵਧੀਆ ਸੰਵਿਧਾਨ ਬਣਾਇਆ ਔਰ ਕਿਸ ਤਰੀਕੇ ਨਾਲ ਉਹਨੂੰ ਐਂਟੀਸਪੇਟ ਕੀਤਾ, ਕਿੰਨਾ ਉਹਨੂੰ ਫਲੈਕਸੀਬਲ ਰੱਖਿਆ, ਕਿੰਨਾ ਉਹਨੂੰ ਰਿਜਿਡ ਰੱਖਿਆ, ਕਿਸ ਕਿਸਮ ਦਾ ਪ੍ਰੀਐਮਬਲ ਰੱਖਿਆ। ਅਸਲ ਦੇ ਵਿੱਚ ਉਹ 25-26 ਸਾਲ ਜਿਹੜੇ ਉਹ ਲੋਕ ਰਹੇ ਆ ਸਿਆਸਤਦਾਨ, ਉਹਨਾਂ ਨੇ ਸੰਸਥਾਵਾਂ ਬਣਾਈਆਂ। ਇਹ ਸੰਸਥਾਵਾਂ ਹੌਲੀ ਹੌਲੀ ਜਿਹੜੀਆਂ ਇੰਸਟੀਟਿਊਸ਼ਨਲਾਈਜ਼ ਹੋ ਗਈਆਂ ਔਰ ਲੋਕਾਂ ਦਾ ਯਕੀਨ ਉੱਤੇ ਬਣਨਾ ਸ਼ੁਰੂ ਹੋ ਗਿਆ। ਜਿੱਦਾਂ ਲੋਕੀ ਵੋਟਾਂ ਕਿਉਂ ਪਾਉਂਦੇ ਆ? 1952 ਤੋਂ ਲੈ ਕੇ ਹੁਣ ਤੱਕ ਜਿੰਨੀਆਂ 16-17 ਇਲੈਕਸ਼ਨਸ ਹੋਈਆਂ ਵਾ, ਹਰ ਸਾਲ ਲੋਕਾਂ ਦਾ ਵੋਟਾਂ ਪਾਉਣ ਦਾ ਰੁਝਾਨ ਵਧੀ ਜਾਂਦਾ, ਚਾਹੇ ਸਟੇਟ ਅਸੈਂਬਲੀ ਦੇ ਵਿੱਚ, ਚਾਹੇ ਦੂਸਰੇ ਪਾਸੇ ਵੱਲ। ਇਸੇ ਤਰੀਕੇ ਨਾਲ ਹੋਰ ਇੰਸਟੀਟਿਊਸ਼ਨਸ ਹੈਗੀਆਂ। ਪੁਲਿਸ ਪਤਾ ਹੈ ਨਹੀਂ ਆਮ ਬੰਦੇ ਦੀ ਹੈਲਪ ਕਰਦੀ, ਫਿਰ ਅਸੀਂ ਪੁਲਿਸ ਕੋ ਜਾਂਦੇ ਹਾਂ। ਇਨਸਾਫ ਲੈਣ ਲਈ ਜਿਹੜਾ ਹੈਗਾ ਜੁਡੀਸ਼ਰੀ ਕੋ ਜਾਂਦੇ ਆ ਜਾਂ ਪਿੰਡ ਦੀਆਂ ਪੰਚਾਇਤਾਂ ਕੋ ਜਾਂਦੇ ਹਾਂ। ਹੌਲੀ ਹੌਲੀ ਇਹਦਾ ਜਿਹੜਾ ਸਾਡਾ ਸੀਗਾ ਵਿਸ਼ਵਾਸ ਵਧਿਆ ਸੀ। ਪਰ ਪਿਛਲੇ 6-7 ਸਾਲ ਤੋਂ ਮੈਨੂੰ ਲੱਗਦਾ ਹੈ ਕਿ ਉਹ ਜਿਹੜੀਆਂ ਇੰਸਟੀਟਿਊਸ਼ਨ ਸੀਗੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਚੈਲੰਜ ਹੋ ਰਿਹਾ। ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੂੰ ਚੈਲੰਜ ਕੀਤਾ ਜਾਂਦਾ ਹੈ, ਜਿਸ ਤਰੀਕੇ ਨਾਲ ਮੈਜੋਰਿਟੀ ਨੂੰ ਮਿਨੋਰਟੀ ਵਾਈਸ ਨੂੰ ਬੁਲਡੋਜ਼ ਕਰਨ ਵਾਸਤੇ ਕੀਤਾ ਜਾਂਦਾ ਹੈ, ਜਿਸ ਤਰੀਕੇ ਨਾਲ ਜਿੱਦਾਂ ਕਿਸਾਨ ਅੰਦੋਲਨ ਦੀ ਆਪਾਂ ਗੱਲ ਕਰਦੇ ਹਾਂ, ਬਿਨਾਂ ਕੋਈ ਸਲਾਹ ਤੋਂ ਜਿਹੜੇ ਆ ਕਾਨੂੰਨ ਬਣਾਏ ਜਾ ਸਕਦੇ ਆ, ਜਾਂ ਜਿਸ ਤਰੀਕੇ ਨਾਲ ਇੱਕ ਟਰਮ ਕੋਇਨ ਕੀਤੀ ਜਾਂਦੀ ਆ, ਜਾਂ ਸਾਨੂੰ ਵੋਟ ਪਾਓ ਜਾਂ ਮੇਰੇ ਨਾਲ ਜੋ ਤੇ ਜਾਂ ਸਾਡੇ ਤੁਸੀਂ ਦੁਸ਼ਮਣ ਜੋ। ਜੇ ਡਬਲ ਇੰਜਨ ਦੀ ਸਰਕਾਰ ਹੋਊਗੀ ਤੇ ਬਹੁਤ ਜ਼ਿਆਦਾ ਤਰੱਕੀ ਹੋਊਗੀ, ਤੇ ਜੇ ਤੁਸੀਂ ਹੋਰ ਕਿਸੇ ਨੂੰ ਵੋਟ ਪਾਤੀ ਤੇ ਤੁਹਾਡਾ ਹਾਲ ਜਿਹੜਾ ਉਹ ਠੀਕ ਨਹੀਂ ਹੋਊਗਾ। ਸੋ ਮੇਰਾ ਕਹਿਣ ਤੋਂ ਭਾਵੇਂ ਮਿਕਸਡ ਸਿਸਟਮ ਸਟਰਕਚਰ ਆ, ਪਰ ਗੁੱਡ ਥਿੰਗ ਇਜ਼ ਦੈਟ ਇੱਥੇ ਡਿਵਰਸਿਟੀ ਬਹੁਤ ਆ। ਕੋਈ ਇੱਕ ਵਿਲ ਜਿਹੜੀ ਹੈਗੀ ਆ ਉਹ ਦੂਸਰੀ ਵਿਲ ਨੂੰ ਜਿਹੜਾ ਬੁਲਡੋਜ਼ ਨਹੀਂ ਕਰ ਸਕਦੀ। ਇਹ ਸਾਡੇ ਸਟਰਕਚਰ ਦੇ ਵਿੱਚ ਵਾ, ਇਹ ਸਾਡੇ ਇਨਬਿਲਟ ਸਿਸਟਮ ਦੇ ਵਿੱਚ ਹੈਗਾ। ਔਰ ਇਹਦੇ ਨਾਲ ਸਾਡੇ ਜਿਹੜੀ ਖਾਸ ਕਰਕੇ ਪਿਛਲੇ 17 ਸਾਲਾਂ ਦੇ ਵਿੱਚ ਮੀਡੀਆ ਕਿਸ ਪਾਸੇ ਵੀ ਚਲਾ ਜਾਵੇ ਪਰ ਕਿਤੇ ਨਾ ਕਿਤੇ ਉਹ ਵੌਇਸ ਉਹਦੇ ਵਿੱਚ ਹੈਗੀ ਆ। ਲੋਕੀ ਪੋਲੀਟੀਕਲ ਆਟੋਨਮਸ ਹੋ ਰਹੇ ਆ, ਲੋਕੀ ਜਿਹੜੇ ਹੈਗੇ ਆ ਉਹ ਆਪਣੇ ਤੌਰ ਤੇ ਐਕਸਪ੍ਰੈਸਿਵ ਹੋ ਰਹੇ ਆ। ਇਸੇ ਕਰਕੇ ਕੋਈ ਵੀ ਇੱਕ ਜਿਹੜੀ ਹੈਗੀ ਤਾਕਤ ਜਾਂ ਸਰਕਾਰ ਜੋ ਚਾਹਵੇ ਕਿ ਮੈਂ ਇਹਨੂੰ ਯੂਨੀਫਾਰਮਿਟੀ 'ਚ ਲੈ ਕੇ ਆਉਣਾ ਜਾਂ ਮੈਂ ਇਹਨੂੰ ਡਿਮੋਲਿਸ਼ ਕਰ ਦੇਣਾ, ਮੇਰੇ ਖਿਆਲ ਇਹ ਤੋਂ ਪਹਿਲਾਂ ਲੋਕੀ ਜਿਹੜੀ ਉਸ ਸੋਚ ਨੂੰ ਹੀ ਡਿਮੋਲਿਸ਼ ਕਰਨ ਦੀ ਕੈਪੈਸਿਟੀ ਕਰਤੀ ਆ। ਅਸੀਂ 77 ਦੇ ਵਿੱਚ ਦੇਖਿਆ, ਅਸੀਂ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਪਿਛਲੇ ਸਮੇਂ ਦੇ ਵਿੱਚ, ਜਾਂ ਹੋਰਨਾਂ ਸਟੇਟਾਂ ਦੇ ਵਿੱਚ ਦੇਖਿਆ। 2007 ਦੇ ਵਿੱਚ ਕਿਸੇ ਨੇ ਨਹੀਂ ਸੋਚਿਆ ਕਿ ਮਾਇਆਵਤੀ ਜੀ ਉੱਥੋਂ ਦੇ ਮੁੱਖ ਮੰਤਰੀ ਬਣ ਜਾਣਗੇ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਮੈਂ ਆਸਵੰਦ ਬਹੁਤ ਹੈਗਾ। ਆਸਵੰਦ ਇਸ ਕਰਕੇ ਹੈਗਾ ਕਿ ਇਹ ਆਸ ਨੂੰ ਸਾਨੂੰ ਦੁਬਾਰਾ ਰਿਵਾਈਵ ਕੀਤਾ ਜਿਹੜਾ ਕਿਸਾਨ ਅੰਦੋਲਨ ਸੀਗਾ। ਤੁਸੀਂ ਦੇਖੋ ਉਸੇ ਬੇਸਿਸ ਦੇ ਉੱਤੇ ਸਾਡੇ ਪਹਿਲਵਾਨ ਜਿਹੜੇ ਹੈਗੇ ਆ ਉੱਥੇ ਡਟੇ ਪਏ ਆ। ਜੇ ਇਸ ਕਿਸਮ ਦੀਆਂ ਸੋਸ਼ਲ ਪੋਲੀਟੀਕਲ ਮੂਵਮੈਂਟ ਥੱਲਿਓਂ ਸ਼ੁਰੂ ਹੋ ਜਾਣਾ ਤੇ ਫਿਰ ਡੈਮੋਕ੍ਰੇਸੀ ਨੂੰ ਬਹੁਤ ਵੱਡਾ ਖਤਰਾ ਨਹੀਂ ਹੈਗਾ। ਚੈਲੰਜ ਜ਼ਰੂਰ ਹੁੰਦੇ ਆ ਪਰ ਲੋਕੀ ਉਹ ਚੈਲੰਜ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ ਮੀਟ ਕਰ ਲੈਣਗੇ, ਉਹਨਾਂ ਨੂੰ ਟੈਕਲ ਕਰ ਲੈਣਗੇ। ਥੈਂਕ ਯੂ ਸੋ ਮਚ ਸੇਖੋ ਸਾਹਿਬ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਕੋਲ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਸੇਖੋ ਸਾਹਿਬ। ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।